ਜਸ ਪੰਜਾਬੀ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ ਸੂਝਵਾਨ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਸਭ ਦੀ ਖਬਰ ਲਏ, ਸਭ ਨੂੰ ਖਬਰ ਦੇ। ਇਸ ਪ੍ਰੋਗਰਾਮ ਦੇ ਵਿੱਚ ਅੱਜ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ, ਜੋ ਘਟਨਾਵਾਂ ਅੱਜ ਵਾਪਰ ਰਹੀਆਂ ਹਨ, ਉਹ ਦਰਅਸਲ ਹੌਲੇ ਹੌਲੇ ਸਾਡਾ ਇਤਿਹਾਸ ਬਣਦਾ ਜਾ ਰਿਹਾ ਹੈ। ਪਰ ਜੇ ਅਸੀਂ ਉਹਨਾਂ ਤੇ ਨਜ਼ਰ ਨਹੀਂ ਰੱਖਾਂਗੇ ਤਾਂ ਉਹ ਜਿਹੜੀਆਂ ਖਬਰਾਂ ਸਾਡੇ ਨਾਲ ਤੁਰ ਰਹੀਆਂ ਹਨ, ਉਹ ਇੱਕ ਅਜੀਬ ਸਥਿਤੀ ਪੈਦਾ ਕਰ ਦੇਣਗੀਆਂ, ਅਜਬ ਹਾਲਤ ਪੈਦਾ ਕਰ ਦੇਣਗੀਆਂ। ਅੱਜ ਜੋ ਕੁਝ ਸਾਡੇ ਆਲੇ ਦੁਆਲੇ ਹੋ ਰਿਹਾ ਹੈ, ਉਹਨਾਂ ਦੇ ਉੱਤੇ ਤਿੱਖੀ ਨਜ਼ਰ ਰੱਖ ਕੇ, ਡੂੰਘੀ ਨੀਝ ਲਾ ਕੇ ਅਸੀਂ ਆਪਣੇ ਆਉਣ ਵਾਲੇ ਭਵਿੱਖ ਲਈ, ਅਸੀਂ ਆਪਣੇ ਆਉਣ ਵਾਲੀ ਵਿਰਾਸਤ ਲਈ, ਅਸੀਂ ਆਉਣ ਵਾਲੇ ਆਪਣੀਆਂ ਜਨਰੇਸ਼ਨਸ ਲਈ ਅਸੀਂ ਕੁਝ ਕਦਮ ਤੈਅ ਕਰ ਸਕਦੇ ਹਾਂ। ਜਿਹੜੀਆਂ ਘਟਨਾਵਾਂ ਵਾਪਰਦੀਆਂ ਹਨ, ਅਸੀਂ ਹੌਲੇ ਹੌਲੇ ਉਹਨਾਂ ਸਾਰਿਆਂ ਦੇ ਉੱਤੇ ਤਿੱਖੀ ਨਜ਼ਰ ਦੇ ਨਾਲ ਐਨਾਲਾਈਜ਼ ਕਰਕੇ, ਵਿਸ਼ਲੇਸ਼ਣ ਕਰਕੇ ਅਸੀਂ ਆਪ ਤੱਕ ਪਹੁੰਚਾਉਂਦੇ ਹਾਂ। ਅੱਜ ਜਿਹੜੀ ਖਬਰਾਂ ਸਾਨੂੰ ਮੁੱਖ ਤੌਰ ਦੇ ਉੱਤੇ ਸੁਰਖੀਆਂ ਹਨ, ਜਿਹੜੇ ਮੁੱਦੇ ਬਣੇ ਹੋਏ ਹਨ, ਉਹਨਾਂ ਨੂੰ ਅਸੀਂ ਜ਼ਰੂਰ ਥੋੜ੍ਹਾ ਥੋੜ੍ਹਾ ਆਪ ਨਾਲ ਵਿਚਾਰ ਕਰਾਂਗੇ। ਔਰ ਇਸ ਦੇ ਨਾਲ ਹੀ ਇੱਕ ਹੋਰ ਜਿਹੜਾ ਸਹੀ ਮਾਇਨੇ ਦੇ ਵਿੱਚ ਇੱਕ ਮੁੱਦਾ ਹੈ, ਉਹ ਹੈ ਸਾਡਾ ਆਪਣੇ ਵਿਰਸੇ, ਆਪਣੀ ਵਿਰਾਸਤ, ਆਪਣੇ ਕੀਮਤੀ ਖਜ਼ਾਨੇ, ਉਹਦੇ ਲਈ ਸਾਡੀ ਅਣਗਹਿਲੀ ਜਾਂ ਉਹਦੇ ਬਾਰੇ ਕੋਈ ਬਹੁਤਾ ਧਿਆਨ ਨਾ ਦੇਣਾ। ਉਹ ਜਿਹੜੀਆਂ ਚੀਜ਼ਾਂ, ਉਹ ਜਿਹੜੀ ਵਿਰਾਸਤ, ਜਿਹੜਾ ਖਜ਼ਾਨਾ ਉਹ ਸਾਡੇ ਕੋਲ ਸਾਂਭਿਆ ਪਿਆ ਹੈ, ਸਾਡੀ ਅਣਗਹਿਲੀ ਦੇ ਨਾਲ ਕਿਧਰੇ ਐਸਾ ਨਾ ਹੋਏ ਉਹ ਅਸੀਂ ਨਾ ਸਾਂਭੀਏ ਅਤੇ ਉਸ ਦੇ ਬਾਅਦ ਉਹ ਜਿਹੜਾ ਨੁਕਸਾਨ ਹੈ ਉਹ ਕਦੀ ਵੀ ਪੂਰਾ ਕੀਤਾ ਨਹੀਂ ਜਾ ਸਕੇਗਾ। ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਜਨਰੇਸ਼ਨਸ ਕਦੀ ਵੀ ਉਸ ਚੀਜ਼ ਨੂੰ ਮੁਆਫ ਨਹੀਂ ਕਰਨਗੀਆਂ। 1984 ਵਿੱਚ ਸਾਡਾ ਵਡਮੁੱਲਾ ਖਜ਼ਾਨਾ, ਉਹ ਸਾਡੇ ਇਤਿਹਾਸਕ ਗ੍ਰੰਥ, ਹੋਰ ਕੀਮਤੀ ਦਸਤਾਵੇਜ਼, ਸਾਡੀਆਂ ਹੱਥ ਲਿਖਤਾਂ, ਗੁਰੂ ਸਾਹਿਬ ਦੇ ਉਹ ਨਿਸ਼ਾਨ, ਬੜਾ ਕੁਝ ਅਸੀਂ ਗਵਾ ਲਿਆ। ਔਰ ਇੱਕ ਰਸਮ ਦੇ ਤੌਰ ਦੇ ਉੱਤੇ ਹਰ ਸਾਲ ਅਸੀਂ ਮੰਗ ਜ਼ਰੂਰ ਕਰਦੇ ਹਾਂ ਕਿ ਸਾਨੂੰ ਉਹ ਵਾਪਸ ਮਿਲਣਾ ਚਾਹੀਦਾ। ਪਰ ਜਿਹੜੀ ਚੀਜ਼ ਸਾਡੇ ਕੋਲ ਮੌਜੂਦ ਹੈ, ਅਸੀਂ ਉਸ ਨੂੰ ਨਾ ਸਾਂਭੀਏ ਤਾਂ ਇਹ ਵੀ ਸਾਡੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ। ਐਸੀ ਹੀ ਇੱਕ ਬੇਸ਼ਕੀਮਤੀ ਚੀਜ਼ ਹੈ ਜਿਸ ਦੀ ਕੋਈ ਕੀਮਤ ਨਹੀਂ ਲਗਾ ਸਕਦਾ, ਜਿਸ ਦਾ ਕੋਈ ਮੁੱਲ ਨਹੀਂ ਪਾ ਸਕਦਾ, ਉਹ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬ ਦੇਵਾ ਜੀ ਦੇ ਉਹ ਪਾਵਨ ਜੋੜੇ, ਉਹ ਜਿਹੜੇ ਉਹਨਾਂ ਨੇ ਕਦੀ ਪਾਵਨ ਚਰਨ ਕਮਲਾਂ ਵਿੱਚ ਧਾਰਨ ਕੀਤੇ ਸਨ, ਉਹ ਜਿਸ ਪਰਿਵਾਰ ਨੂੰ ਉਹ ਪ੍ਰਾਪਤ ਹੋਏ, ਗੁਰੂ ਦੀ ਬਖਸ਼ਿਸ਼ ਕਰਕੇ ਪ੍ਰਾਪਤ ਹੋਏ, ਔਰ ਜਿਹੜਾ ਕਿ ਜਿਸ ਦਾ ਜ਼ਿਕਰ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨੇ ਵੀ ਅੰਕਿਤ ਕੀਤਾ ਹੈ ਮਹਾਨ ਕੋਸ਼ ਦੇ ਵਿੱਚ। ਪਰ ਅੱਜ ਸਾਡੀ ਅਣਗਹਿਲੀ ਕਹਿ ਲਿਆ ਜਾਏ, ਉਹ ਅਦਾਲਤ ਦੇ ਹੁਕਮਾਂ ਦੇ ਨਾਲ ਉਹ ਸੀਲ ਪਏ ਹੋਏ ਹਨ। ਸਾਡੇ ਕੋਲ ਹਰ ਕਿਸਮ ਦੇ ਮਸਲਿਆਂ ਲਈ ਸਮਾਂ ਹੈ। ਜੇ ਮਸਲੇ ਨਾ ਵੀ ਹੋਣ ਤਾਂ ਉਸ ਨੂੰ ਅਸੀਂ ਮਸਲੇ ਦੇ ਰੂਪ ਵਿੱਚ ਬਣਾ ਦੇਣ ਦੀ ਸਲਾਹੀਅਤ, ਉਹ ਸਮਰੱਥਾ, ਉਹ ਯੋਗਤਾ ਜਾਂ ਉਹ ਤੜਪ, ਉਹ ਚਾਹ ਸਾਡੇ ਵਿੱਚ ਹੈ। ਪਰ ਗੁਰੂ ਸਾਹਿਬ ਦੇ ਉਹ ਕੀਮਤੀ ਜੋ ਉਹਨਾਂ ਦੀ ਨਿਸ਼ਾਨੀ ਹੈ, ਜਿਹੜੇ ਉਹਨਾਂ ਦੇ ਉਹ ਜੋੜੇ ਹਨ, ਉਹ ਦਿੱਲੀ ਵਿੱਚ ਅਜੇ ਵੀ ਸਾਂਭੇ ਪਏ ਹਨ। ਉਸ ਦੇ ਬਾਰੇ ਵੀ ਅਸੀਂ ਆਪ ਨੂੰ ਕੁਝ ਦੱਸਾਂਗੇ। ਔਰ ਇਸ ਦੇ ਇਲਾਵਾ ਇੱਕ ਹੋਰ ਚੀਜ਼ ਹੈ ਜਿਹੜੀ ਸਾਡੇ ਲਈ, ਅੱਜ ਦੇ ਸਮਾਜ ਲਈ ਉਹ ਬਹੁਤ ਗੰਭੀਰ ਵਿਸ਼ਾ ਹੈ। ਉਹ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਤੋਂ ਬਾਹਰ ਜਾਣ ਲਈ ਹਰ ਜਾਇਜ਼ ਔਰ ਨਾਜਾਇਜ਼ ਤਰੀਕੇ ਨੂੰ,
हर ढंग दे नाल बाहर जाण दी वो कोशिश ਉਹਦੇ ਲਈ ਕੀ ਹੁੰਦਾ है। इंग्लैंड ने स्टूडेंट वीज़ा बंद कर दिते, पर किस किस्म के इश्तिहार, किस किस्म के वो मैट्रीमोनीयल एडवरटाइजमेंट्स पंजाब दियां अखबारां दे विच शाया हो रहे हैं, वो छप रहे हैं, वो कुछ कहण दे भी मुताज नहीं होंदे। साडी कोशिश होएगी उस गंभीर विषय के उत्ते भी असीं एक सीनियर पत्रकार टाइम्स ऑफ इंडिया दे सरदार IP सिंह दे नाल अगर असी लाइन दे उत्ते टैलीफोन दे उत्ते गल कर सकीए, जिन्हां ने इस विषय दे उत्ते काफ़ी काम किया है, साडी वो भी कोशिश होएगी, वो भी साडा प्रयास होएगा। इस तो इलावा ਜਿਹੜੀਆਂ होर खबरां हैं उन्हां दे विच इंडस्ट्री पंजाब दी जो इंडस्ट्री है उसनूं चारे पासे तो बिजली की कट, पानी की घाट और होर अफसरशाही का वो तो भुगतना ही पैंदा सी, जिस दे करके उस ते मारू असर पै रहा सी। पर एक होर चीज़ दे नाल उसनूं बहुत बुरे दिन देखने पै रहे हैं, वो है पंजाब सरकार वालों टैक्स वधाए दिते जाण, वैल्यू एडिड टैक्स उसनूं वधा दिता जाना। ਉਹਦੇ ਕਰਕੇ ਉੱਥੇ ਦੀ ਇੰਡਸਟਰੀ ਨੂੰ ਆਪਣੇ ਗੁਆਂਢੀ ਰਾਜ ਹਿਮਾਚਲ ਦੇ ਨਾਲ ਕੰਪੀਟ ਕਰਨਾ ਔਖਾ ਹੋ ਰਿਹਾ ਹੈ। ਟੈਕਸਸ, ਇਹ ਕਿਹਾ ਜਾਂਦਾ ਹੈ in this world there are only two things certain, death and taxes। ਇਹ ਦੋ ਚੀਜ਼ਾਂ ਹਨ ਜਿਹੜੀਆਂ ਨਿਸ਼ਚਿਤ ਹਨ, ਜਿਹੜੀਆਂ ਹੋਣਗੀਆਂ ਹੀ ਹੋਣਗੀਆਂ, ਇੱਕ ਮੌਤ ਅਤੇ ਇੱਕ ਟੈਕਸ। ਨਿਜ਼ਾਮ ਜਿਹੜਾ ਮਰਜ਼ੀ ਆ ਜਾਏ, ਜਿਹੜਾ ਮਰਜ਼ੀ सिस्टम बन जाए, पर टैक्स रहना ही रहना है। टैक्स का रूप बदलता है। जिवें डॉक्टर राजेंद्र प्रसाद भारत के राष्ट्रपति उन्होंने कहा सी कि जे तुसी कमाई करो तुहानूं इनकम टैक्स देना पेगा, जे खर्चा करो तुहानूं एक्सपेंडिचर टैक्स देना पेगा, जे किसी नूं गिफ्ट दो उहदे ते गिफ्ट टैक्स देना पेगा, जे सांभ के रखो उस ते वेल्थ टैक्स देना पेगा, जे छड़ जाओ उस ते स्टेट ड्यूटी देनी पेगी। इसे करके दामन, चिराग दीन दामन जो पंजाब के अलबेले शायर सन, उन्होंने एक बार कहा सी जमीन ते टैक्स, दलान ते टैक्स, ड्योड़ी ते टैक्स, मकान ते टैक्स। इसे करके मैं बहुता बोलता नहीं, लग जाए ना मेरी जबान ते टैक्स। अज पंजाब दे विच सेल्स टैक्स हुंदा सी, हुण उत्थे वैल्यू एडिड टैक्स है, ताकि वो एक होर वाधा उस दे विच है। पर जे उसनूं एक सार्थक तरीके दे नाल, ठीक ढंग दे नाल, गुआंढी राजां दे नाल ना कीता जाए तो पंजाब दी इंडस्ट्री दे उत्ते उसका निश्चित तौर दे उत्ते बहुत माड़ा असर पेगा। और अज पंजाब दी इंडस्ट्री उस लई उन्हां दी गुहार है कि ये टैक्स नूं रैशनलाइज किया जाए, गुआंढी राजां दे नाल उसनूं जरूर निश्चित किया जाए, निर्धारित किया जाए, नहीं तो फिर इसका जो हाल है वो पंजाब लई होर माड़ा हो सकता है। पर इन्हां सारियां दे नाल ये जिहड़े मुद्दे चल रहे हैं, जिहड़ियां सुर्खियां आप नूं दसियां हन, जिहड़ी सब तो वड्डी गल है, जिहड़ी वड्डी खबर है, एडिशनल चीफ मैट्रोपोलिटन मैजिस्ट्रेट दिल्ली दे उन्होंने सज्जन कुमार के खिलाफ उन्होंने समन जारी कर दिते हैं। 1 नवंबर 1984 जो उस वेले सज्जन कुमार के बारे CBI ने, सेंट्रल ब्यूरो ऑफ इन्वेस्टिगेशन ने जो चार्जशीट दाखिल की है उस अदालत दे विच, उस दे विच उन्होंने दस्या है कि किस तरह 300 तो लैके 400 के हजूम नूं, उस हजूम नूं उहदी अगवाई करदियां होयां सज्जन कुमार जो उस वेले MP सी, उसने उस भीड़ नूं भड़कांदियां होयां उन्होंने भड़काया, उन्होंने सीधे तौर के उत्ते कहा कि जो सिख हैं उन्होंने साड़ दिता जाए, उन्होंने जला दिता जाए, मार दिता जाए, उन्हों दीयां जायदादां नूं, उन्हों दे मकानां नूं लुट लिया जाए
ਔਰ ਸਾੜ ਦਿੱਤਾ ਜਾਏ। 1984 ਔਰ ਇਤਨੇ ਸਾਲਾਂ ਦੇ ਬਾਅਦ ਅੱਜ ਅਦਾਲਤ ਨੇ ਉਹਨਾਂ ਦੇ ਖਿਲਾਫ, ਸੱਜਣ ਕੁਮਾਰ ਦੇ ਖਿਲਾਫ ਸੰਮਨ ਜਾਰੀ ਕੀਤੇ ਹਨ। ਸਰਕਾਰੀ ਵਕੀਲ ਨੇ ਕਿਹਾ ਅਦਾਲਤ ਨੂੰ ਕਿ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ, ਪਰ ਅਦਾਲਤ ਨੇ ਇਸ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਕੋਈ ਕੋਰਸਿਵ ਮੇਜਰ, ਕੋਈ ਸਖਤ ਕਦਮ ਅਸੀਂ ਨਹੀਂ ਲੈਣੇ ਚਾਹਾਂਗੇ। ਇਸ ਵੇਲੇ ਗ੍ਰਿਫਤਾਰੀ ਵਾਰੰਟ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ, ਕੇਵਲ ਇੱਕ ਸੰਮਨ ਜਾਰੀ ਕਰਨਾ ਹੀ ਕਾਫੀ ਹੋਏਗਾ। ਸੌਰੀ। ਸੋ ਇਹ ਜੋ ਇੱਕ ਹੋਰ ਖਬਰ ਸੀ, ਇੱਕ ਅਸੀਂ ਛੋਟਾ ਜਿਹਾ ਬ੍ਰੇਕ ਲਵਾਂਗੇ, ਉਸ ਬ੍ਰੇਕ ਦੇ ਬਾਅਦ ਮੁੜ ਅਸੀਂ ਆਪ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਜਸ ਪੰਜਾਬੀ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ, ਜਿਹੜਾ ਸਭ ਦੀ ਖਬਰ ਲਏ, ਸਭ ਨੂੰ ਖਬਰ ਦੇ, ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਆਪ ਜੀ ਨੂੰ ਅਸੀਂ ਸੁਰਖੀਆਂ ਉਹਨਾਂ ਦੇ ਬਾਰੇ ਦੱਸਿਆ, ਔਰ ਇਸ ਦੇ ਬਾਅਦ ਜਿਵੇਂ ਗੁਰੂ ਕਲਗੀਧਰ ਪਿਤਾ ਦੇ ਔਰ ਮਾਤਾ ਸਾਹਿਬ ਦੇਵਾਂ ਜੀ ਦੇ ਜੋੜੇ ਜਿਹੜੇ ਅਜੇ ਅਣਗੋਲੇ ਪਏ ਹਨ, ਉਹਨਾਂ ਦੇ ਬਾਰੇ ਅਸੀਂ ਆਪ ਜੀ ਨਾਲ ਗੱਲ ਕਰਾਂਗੇ। ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਉਹਨਾਂ ਦੇ ਬਾਰੇ ਵੀ ਆਪ ਨੂੰ ਵਿਸਥਾਰ ਦੇ ਸਕੀਏ। ਪਰ ਹੁਣ ਇਸ ਵੇਲੇ ਸਾਨੂੰ ਬਹੁਤ ਖੁਸ਼ੀ ਹੈ ਕਿ ਜਿਹੜਾ ਮੁੱਦਾ, ਜਿਹੜਾ ਮਸਲਾ ਅਸੀਂ ਦੱਸਿਆ ਸੀ ਕਿ ਜਿਸ ਦੇ ਕਈ ਵੱਖ-ਵੱਖ ਡਾਇਮੈਂਸ਼ਨਸ ਹਨ, ਪੰਜਾਬ ਦੀ ਧਰਤੀ ਤੋਂ ਬਾਹਰ ਜਾਣ ਦੀ ਲਾਲਸਾ, ਬਾਹਰ ਜਾਣ ਦੀ, ਲੋਕਾਂ ਦੀ ਵਿਦੇਸ਼ ਜਾਣ ਦੀ ਉਸ ਲਾਲਸਾ ਕਿਸ ਹੱਦ ਤੱਕ ਪਹੁੰਚ ਜਾਂਦੀ ਹੈ ਔਰ ਉਹ ਕਿਹੜੇ-ਕਿਹੜੇ ਰੂਪ ਦਿਖਾਉਂਦੀ ਹੈ, ਔਰ ਉਸ ਦੇ ਬਾਰੇ ਜਿਵੇਂ ਹੁਣ ਨਵੇਂ ਹਾਲਾਤ ਵਿੱਚ ਇੰਗਲੈਂਡ ਨੇ ਸਟੂਡੈਂਟ ਵੀਜ਼ਾ, ਵਿਦਿਆਰਥੀ ਵੀਜ਼ਾ ਬੰਦ ਕਰ ਦਿੱਤਾ ਹੈ, ਉਸ ਦੇ ਬਾਰੇ ਭਰਪੂਰ ਜਾਣਕਾਰੀ ਰੱਖਣ ਵਾਲੇ ਸਾਡੇ ਸੀਨੀਅਰ ਪੱਤਰਕਾਰ ਟਾਈਮਜ਼ ਆਫ ਇੰਡੀਆ ਜਲੰਧਰ ਤੋਂ ਸਰਦਾਰ ਆਈਪੀ ਸਿੰਘ ਸਾਡੇ ਨਾਲ ਲਾਈਨ ਤੇ ਮੌਜੂਦ ਹਨ। ਆਈਪੀ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂ, ਆਈਪੀ ਸਿੰਘ ਜੀ, ਅਸੀਂ ਜਸ ਪੰਜਾਬੀ ਜਿਹੜਾ ਨਾਰਥ ਅਮਰੀਕਾ ਦਾ 24 ਆਵਰ ਲਾਈਵ ਚੈਨਲ ਹੈ, ਇਹਦੇ ਵੱਲੋਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਤੇ ਨਾਲ ਹੀ ਸਾਡੀ ਬੇਨਤੀ ਹੈ ਕਿ ਇਹ ਜਿਹੜੀ ਖਬਰ ਤੁਸੀਂ ਕਿਸਮ ਨਾਲ ਇਸ ਦੇ ਬਾਰੇ ਕਾਫੀ ਕੰਮ ਕੀਤਾ ਹੈ, ਇਹਦੀ ਡਾਇਮੈਂਸ਼ਨਸ ਕੀ ਹੈ, ਇਹਦਾ ਪਿਛੋਕੜ ਕੀ ਹੈ, ਤੇ ਇਹ ਕਿਉਂ ਹੋ ਰਿਹਾ ਤੇ ਇਹਦਾ ਨਤੀਜਾ ਕੀ ਹੈ, ਇਹ 3-4 ਚੀਜ਼ਾਂ ਬਾਰੇ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਅਗਰ ਜਾਣਕਾਰੀ ਦੇ ਸਕੋ ਤੇ ਤੁਹਾਡੇ ਧੰਨਵਾਦੀ ਹੋਵਾਂਗੇ। ਦੇਖੋ ਜੀ, ਇਹ ਨਾ ਜਿਹੜੀ ਬਾਹਰ ਜਾਣ ਦੀ ਤੁਸੀਂ ਲਫ਼ਜ਼ ਇੱਕ ਲਾਲਸਾ ਯੂਜ਼ ਕੀਤਾ ਹੈ, ਲਾਲਸਾ ਵੀ ਹੈ ਤੇ ਮਜਬੂਰੀ ਵੀ ਹੈ। ਜੀ ਜੀ, ਮੈਂ ਗੱਲਾਂ ਨੇ ਕਿ ਪੰਜਾਬ 'ਚ ਜਿਹੜੇ ਇਕਨੋਮਿਕ ਕੰਡੀਸ਼ਨਸ ਨੇ, ਇੱਥੇ ਐਮਪਲੋਇਮੈਂਟ ਦੇ ਜਿੰਨੇ ਕੁ ਐਵੇਨਿਊਜ਼ ਅਵੇਲੇਬਲ ਨੇ, ਉਹਦੇ ਕਾਰਨ ਲੋਕਾਂ ਦੀ ਮਜਬੂਰੀ ਵੀ ਹੈ, ਲਾਲਸਾ ਵੀ ਹੈ, ਦੋਵੇਂ ਫੈਕਟਰ ਨੇ। ਜੀ 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 ਜੀ, ਇਹਦੇ ਲਈ ਜਿਹੜੀ ਇਹ ਮਤਲਬ ਡੈਸਪੀਰੇਸ਼ਨ ਇਸ ਹੱਦ ਤੱਕ ਹੈ ਕਿ ਲੋਕੀ ਕੋਈ ਵੀ ਤਰੀਕਾ, ਪਹਿਲਾਂ ਲੋਕੀ ਇਲੀਗਲ ਰੂਟਸ ਰਾਹੀਂ ਜਾਂਦੇ ਸਨ, ਖਤਰਿਆਂ 'ਚ ਝੇਲ ਕੇ, ਕਈ ਵਿਚਾਰੇ ਮਰ ਵੀ ਗਏ, ਕਈ ਬੜੇ ਮਾੜੇ ਹਾਲਾਤਾਂ 'ਚ ਮੁੜੇ, ਮਾਨਸਾ ਕਾਂਡ ਹੋ ਚੁੱਕਾ ਹੈ। ਹੁਣ ਪਿੱਛੇ ਜੇ ਇਹ ਹੈ ਕਿ ਜਿਹੜੀਆਂ ਨਵੀਂ ਜਨਰੇਸ਼ਨ ਹੈ ਜੀ, ਤੇ ਕੁਛ ਇਮੀਗ੍ਰੇਸ਼ਨ ਪਾਲਿਸੀਜ਼ ਨੇ ਜੋ ਵਿਦੇਸ਼ਾਂ ਦੀਆਂ, ਡਿਵੈਲਪ ਕੰਟਰੀਜ਼ ਦੀਆਂ, ਉਹਨਾਂ ਨੇ ਇੱਕ ਰੂਟ ਦੇ ਦਿੱਤਾ ਕਿ ਤੁਸੀਂ ਪੜ੍ਹਾਈ ਲਿਖਾਈ ਲਈ ਵੀ ਬਾਹਰ ਜਾ ਸਕਦੇ ਹੋ। ਹਾਂਜੀ, ਉਹ ਨਾ ਤਾਂ ਪੜ੍ਹਾਈ ਲਿਖਾਈ ਲਈ ਹੈ, ਪਰ ਸਾਡੇ ਲੋਕਾਂ ਦਾ ਇਹਦੇ 'ਚ ਹੁੰਦਾ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਜੀ ਬਾਹਰ ਪਹੁੰਚੋ, ਲੀਗਲ ਇਲੀਗਲ। ਇਹਨੇ ਇੱਕ ਲੀਗਲ ਰੂਟ ਦਿੱਤਾ, ਉਸ ਲੀਗਲ ਰੂਟ ਨੂੰ ਲੋਕਾਂ ਨੇ ਆਪਣੇ ਹਿਸਾਬ ਨਾਲ ਟਵਿਸਟ ਕਰ ਲਿਆ। ਹਾਂਜੀ, ਇਹ ਕੋਈ ਵਿਦਿਆਰਥੀ ਜਾ ਸਕਦਾ ਬਾਹਰ, ਉਹਦੇ ਲਈ ਪਹਿਲਾਂ ਆਸਟ੍ਰੇਲੀਆ ਨੇ ਪ੍ਰੋਵੀਜ਼ਨ ਰੱਖੀ ਸੀ ਸਪਾਊਸ ਵੀਜ਼ਾ ਦੀ ਜੀ, ਉਹ ਸਪਾਊਸ ਵੀਜ਼ਾ ਤੇ ਨਾਲ ਸਪਾਊਸ ਜਾ ਸਕਦੇ ਸੀ। ਉਹ ਲੋਕਾਂ ਨੇ ਚੂਜ਼ ਕਰ ਲਿਆ ਕਿ ਕੋਈ ਆਈਲੈਟਸ ਕਲੀਅਰ ਕਰ ਲਏਗੀ ਲੜਕੀ ਜਾਂ ਲੜਕਾ ਜੀ, ਜਦੋਂ ਉੱਥੇ ਜਾਣ ਦੇ ਯੋਗ ਹੋਇਆ ਸਟੱਡੀ ਬੇਸ ਤੇ ਸਪਾਊਸ ਨੂੰ ਜਿਹੜਾ ਨਾਲ ਲਿਜਾ ਸਕਦਾ ਜੀ, ਉਹ ਸਪਾਊਸ ਸਿਰਫ ਕੋਰਟ ਮੈਰਿਜ ਕਰਵਾਉਂਦੇ ਸਨ, ਮਤਲਬ ਮੈਰਿਜ ਔਨ ਪੇਪਰਸ ਓਨਲੀ,
ਹਾਂਜੀ ਜਿਹਦੇ 'ਚ ਉਹ ਹਸਬੈਂਡ ਔਰ ਵਾਈਫ ਕੋਈ ਆਪਣਾ ਹਸਬੈਂਡ ਔਰ ਵਾਈਫ ਵਾਲਾ ਵੈਸੇ ਰਿਲੇਸ਼ਨ ਨਹੀਂ ਸੀ ਰੱਖਦੇ, ਸਮਝ ਗਏ। ਹਾਂਜੀ ਸਿਰਫ ਬਾਹਰ ਜਾਣ ਦੇ ਫੈਸਿਲਿਟੇਟ ਕਰਨ ਲਈ ਸਪਾਊਸ ਨੂੰ ਇਹ ਇੱਕ ਅਰੇਂਜਮੈਂਟ ਸੀਗਾ, ਮੈਰਿਜ ਆਫ ਕਨਵੀਨੀਅੰਸ ਸੀਗੀ ਇਹ। ਜੀ 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 ਆਸਟ੍ਰੇਲੀਆ ਨੇ ਜਦੋਂ ਰੂਲਸ ਆਪਣੇ ਸਟਰੋਂਗ ਕਰਤੇ, ਥੋੜੇ ਉਹਨਾਂ ਨੂੰ ਤਿੱਖਾ ਕਰਤਾ, ਤਾਂ ਇੰਗਲੈਂਡ ਨੇ ਕੁਝ ਮਹੀਨੇ ਪਹਿਲਾਂ ਇਹਦੇ 'ਚ ਜਿਹੜੀ ਢਿੱਲ ਦਿੱਤੀ, ਜੀ ਹੁਣ ਲੋਕਾਂ ਨੇ ਉਸ ਰੂਟ ਨੂੰ ਵਰਤਣਾ ਸ਼ੁਰੂ ਕਰਤਾ, ਸੇਮ ਮੋਡਸ ਆਪਰੈਂਡੀ। ਇਹਦੇ ਲਈ ਇਵਨ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਉਂਦੇ ਨੇ, ਜਿਵੇਂ ਕਿ ਮੈਂ ਤੁਹਾਨੂੰ ਪੜ੍ਹ ਕੇ ਦੱਸ ਸਕਦਾ, 24 ਸਾਲਾ ਸਮਾਰਟ ਲੜਕਾ ਇੰਗਲੈਂਡ, ਕੈਨੇਡਾ ਜਾਂ ਨਿਊਜ਼ੀਲੈਂਡ ਜਾਣ ਵਾਸਤੇ, ਹਾਂਜੀ ਪਾਇਲਟ 6 ਬੈਂਡ ਲੜਕੀ ਲੋੜ, ਖਰਚਾ ਲੜਕੇ ਵੱਲੋਂ, ਸਿਰਫ ਕੋਰਟ ਮੈਰਿਜ ਨਾਲ ਫੋਨ ਨੰਬਰ। ਅੱਛਾ, ਨਾਲ ਲਿਖ ਵੀ ਦਿੱਤਾ। 24 ਸਾਲਾ ਲੜਕਾ ਯੂਕੇ ਜਾਣ ਵਾਸਤੇ ਆਇਲਟਸ ਕਲੀਅਰ ਲੜਕੀ ਦੀ ਲੋੜ, ਸਿਰਫ ਕੋਰਟ ਮੈਰਿਜ। ਮਤਲਬ ਇਹ ਇੱਕ ਬੇਸ਼ਰਮੀ ਦੀ ਹੱਦ ਆ ਕਿ ਅਸੀਂ ਕਿਸ ਬੇਸ਼ਰਮੀ ਤੱਕ ਜਾ ਸਕਦੇ ਹਾਂ ਬਾਹਰ ਪਹੁੰਚਣ ਲਈ। ਵਿਆਹ ਵਰਗੀ ਇੰਸਟੀਟਿਊਸ਼ਨ ਨੂੰ ਵੀ ਕਿਵੇਂ ਐਕਸਪਲੋਇਟ ਕੀਤਾ ਜਾ ਸਕਦਾ। ਮੈਨੂੰ ਇੱਕ ਸੀਨੀਅਰ ਇਮੀਗ੍ਰੇਸ਼ਨ ਕੰਸਲਟੈਂਟ ਨੇ ਦੱਸਿਆ, ਮੈਂ ਨਾਮ ਨਹੀਂ ਲਵਾਂਗਾ ਜੀ, ਉਹਨਾਂ ਨੇ ਇੱਕ ਕੇਸ ਦੇਖਿਆ ਕਿ ਫੈਮਿਲੀ ਰਿਸ਼ਤੇਦਾਰਾਂ ਨੇ ਸੋਚਿਆ ਕਿ ਖਰਚਾ ਤਾਂ ਹੋਇਆ, ਉਹਦੇ ਚੋਂ 2 ਦਾ ਕਿਉਂ ਨਾ ਸਰੇ, ਉਹ ਕਜ਼ਨਸ ਦੀ ਮੈਰਿਜ ਕਰਤੀ ਆਪਸ, ਮਤਲਬ ਕਾਰਡਨ ਜੀ। ਇਹ ਫਿਨੋਮੀਨਾ ਹੈ ਜੀ ਜਿਹੜਾ ਜੋ ਕੁਝ ਇੱਥੇ ਹੋ ਰਿਹਾ। ਔਰ ਇਹਦੇ 'ਚ ਸਿਰਫ ਲੋਕਾਂ ਦੀ ਡੈਸਪੀਰੇਸ਼ਨ ਨਹੀਂ, ਉਹਨਾਂ ਨੂੰ ਜਿਹੜੇ ਏਜੰਟਸ ਨੇ ਉਹ ਗੁੰਮਰਾਹ ਕਰਦੇ ਨੇ, ਉਹੀ ਤਰੀਕੇ ਹੀਲੇ ਵਸੀਲੇ ਦੱਸਦੇ ਨੇ, ਤੇ ਫਰਾਡੂਲੈਂਟ ਡਾਕੂਮੈਂਟੇਸ਼ਨ, ਸਾਰਾ ਕੁਝ ਰਿਸਪੌਂਸਿਬਲ ਆ ਜੀ 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 ਜੀ। ਤੇ ਇਹ ਜਿਸ ਢੰਗ ਨਾਲ ਹੁਣ ਫਿਰ ਇੰਗਲੈਂਡ ਨੇ ਕੀਤਾ ਕੀ ਹੈਗਾ, ਹੁਣ ਉਹਨਾਂ ਨੇ ਕਿਵੇਂ ਇਹਦੇ ਤੇ ਰੋਕ ਲਾਈ ਹੈ? ਟੈਂਪਰੇਰੀਲੀ ਫਾਰ ਅਰਾਊਂਡ ਅ ਮੰਥ ਉਹਨਾਂ ਨੇ ਜਿਹੜਾ ਅੰਬਾਰਗੋ ਲਾਇਆ ਇਹਦੇ ਤੇ, ਸਟੂਡੈਂਟ ਵੀਜ਼ਾ ਫਾਰ ਨਾਰਥ ਇੰਡੀਅਨ ਦੀ ਇੱਥੇ ਮਤਲਬ ਹੈ ਪੰਜਾਬੀ ਹੋ ਗਏ, 90% ਪੰਜਾਬ ਦੇ ਸਟੂਡੈਂਟ ਹਨ ਜਿਹੜੇ, ਤੇ ਉਹ ਇਹ ਸਾਰਾ ਪੰਜਾਬ 'ਚ ਬਹੁਤਾ ਰਸ਼ ਹੈ। ਜੀ 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 ਜੀ। ਪੰਜਾਬ ਦੀਆਂ ਵੀ ਕੁਝ ਬੈਲਟਾਂ, ਜਲੰਧਰ, ਦੁਆਬਾ, ਖਾਸ ਕਰਕੇ ਮਤਲਬ ਜਲੰਧਰ ਦੁਆਬਾ ਏਰੀਆ ਸਾਰਾ ਜੀ, ਤੇ ਕੁਝ ਮੋਗਾ, ਜਗਰਾਉਂ ਵਗੈਰਾ ਜਿਹੜੇ ਏਰੀਆ ਨੇ। ਜੀ 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 ਜੀ। ਤੇ ਪਰ ਇਹ ਸਿਰਫ ਪੰਜਾਬ ਦੇ ਬਾਰੇ ਲਿਖਣਾ, ਇਹ ਤੇ ਕਿਸਮ ਦੀ ਉਹਨਾਂ ਨੇ ਨਾਰਥ ਇੰਡੀਆ ਲਿਖਿਆ ਜੀ, ਉਹਨਾਂ ਨੇ ਪੰਜਾਬ। ਹਾਂ, ਮਤਲਬ ਮੈਂ ਸਮਝ ਗਿਆ, ਇੱਥੇ ਨਾਰਥ ਇੰਡੀਆ ਦਾ ਮਤਲਬ ਪੰਜਾਬ ਹੀ ਹੈ, ਪੰਜਾਬ ਹੀ ਹੈਗਾ। ਜੀ ਹਾਂ ਜੀ ਹਾਂ ਜੀ ਹਾਂ, ਕਿਉਂਕਿ ਪੰਜਾਬ 'ਚ ਇਹ ਕੁਝ ਹੋ ਰਿਹਾ ਸੀਗਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਅਣਖੀਆਂ ਦੀ ਕੌਮ ਹੁਣ ਭੈਣ ਭਰਾਵਾਂ ਦੇ ਵਿਆਹ ਕਰਕੇ ਬਾਹਰ ਭੇਜ ਰਹੀ ਹੈ, ਸਿੱਧੀ ਦਾ ਵਿਆਹ ਹੈ। ਤੇ ਇਹਦੇ ਤੇ ਸਾਡੇ ਜਿਹੜੇ ਆਗੂ ਹੈ ਜਾਂ ਜਿਹੜੀ ਸਾਡੀ ਲੀਡਰਸ਼ਿਪ ਹੈ, ਉਹ ਇਹਦੇ ਤੇ ਕੀ ਉਹਨਾਂ ਦਾ ਕੋਈ ਹੈ ਰੱਦੇ ਪ੍ਰਤੀਕਰਮ, ਜਾਂ ਉਹ ਇਸ ਬਾਰੇ ਚੇਤਨ ਹਨ? ਪ੍ਰਤੀਕਰਮ ਕੀ ਜੀ, ਆਗੂ ਪਹਿਲਾਂ ਵਾਂਗ ਚੁੱਪ ਨੇ, ਉਹਨਾਂ ਨੇ ਇਸ ਇਸ਼ੂ ਨੂੰ ਪਹਿਲਾਂ ਕਦੇ ਨਹੀਂ ਐਡਰੈਸ ਕੀਤਾ। ਦੇਖੋ ਇਹ ਲਾਰਜਰ ਇਸ਼ੂ ਹੈਗਾ ਜੀ, ਸਿਰਫ ਇਸ਼ੂ ਇਹ ਨਹੀਂ ਹੈਗਾ ਕਿ ਏਜੰਟ ਠੱਗ ਰਹੇ ਨੇ, ਬਹੁਤ ਵੱਡਾ ਇਸ਼ੂ ਹੈ। ਉਸ ਤੋਂ ਵੀ ਵੱਡਾ ਇਸ਼ੂ ਹੈ ਕਿ ਇੱਥੇ ਕੋਈ ਇੰਪਲੋਇਮੈਂਟ ਦੇ ਐਵੇਨਿਊਜ਼ ਨਹੀਂ ਹੈਗੇ। ਹਾਂਜੀ, ਹੁਣ ਏਜੰਟ ਠੱਗਣ ਲਈ ਪੰਜਾਬ ਸਰਕਾਰ ਕੋਲ ਬਿੱਲ ਤਿਆਰ ਆ ਉਹਨਾਂ ਦੀ ਠੱਗੀ ਰੋਕਣ ਲਈ 2008 ਦਾ ਜੀ, ਉਹ ਹਾਲੇ ਵੀ ਇੰਪਲੀਮੈਂਟ ਨਹੀਂ ਹੋਇਆ ਪੰਜਾਬ 'ਚ। ਹਾਲਾਂਕਿ ਥੋੜਾ ਚਿਰ ਪਹਿਲਾਂ ਅਸੈਂਬਲੀ ਨੇ ਉਹਨੂੰ ਪਾਸ ਕੀਤਾ ਸੀ, ਪਰ ਨੋਟੀਫਿਕੇਸ਼ਨ ਨਹੀਂ ਹੋਇਆ ਉਹਦਾ। ਜੀ ਜੀ ਜੀ। ਇਹ ਉਹ ਲੋਕ ਭਲਾਈ ਪਾਰਟੀ ਦੇ ਬਲਵੰਤ ਸਿੰਘ ਰਾਮੂ ਵਾਲੇ, ਜਿਹਨਾਂ ਨੇ ਕਾਫੀ ਕੰਮ ਕੀਤਾ ਸਿੰਗਲ ਹੈਂਡਲੀ ਲੋਕਾਂ ਨੂੰ ਉੱਥੋਂ ਬਚਾਉਣ ਲਈ, ਉਹਨਾਂ ਨੇ ਵੀ ਕਈ ਵਾਰੀ ਇਸ਼ੂ ਰੇਜ਼ ਕੀਤਾ। ਉਹਨਾਂ ਨੇ ਕੱਲ ਵੀ ਮੁੱਦਾ ਰਾਤ ਰਹੀ ਰੇਜ਼ ਕੀਤਾ ਚਿੱਠੀ ਲਿਖ ਕੇ। ਹਾਂਜੀ, ਤੁਹਾਨੂੰ ਕੀ ਰੋਕ ਰਿਹਾ ਹੈ ਏਜੰਟਾਂ ਦੇ ਖਿਲਾਫ ਜਿਹੜੇ ਠੱਗ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਠੱਗ ਤੇ ਪੰਜਾਬ ਸਾਰੇ ਦਾ ਨਾਮ ਬਦਨਾਮ ਹੋ ਰਿਹਾ। ਇਹਦੇ ਚੱਕਰ 'ਚ ਜੈਨੂਇਨ ਸਟੂਡੈਂਟ ਜਾਂ ਜੈਨੂਇਨ ਵੀਜ਼ਾ ਸਿੱਕਰ ਵੀ ਬਾਹਰ ਨਹੀਂ ਜਾ ਸਕਣਗੇ। ਬਿਲਕੁਲ ਬਿਲਕੁਲ, ਪੂਰੀ ਦੀ ਪੂਰੀ ਕੌਮ ਹੀ ਜਿਹੜਾ ਕੌਮ। ਜੀ 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 ਜੀ, ਬਿਲਕੁਲ। ਵਾਕਈ ਜਿਵੇਂ ਕਿਹਾ ਜਾਂਦਾ ਸੀ ਨਾ ਕਿ ਕਿਸੇ ਨੇ ਮਜ਼ਾਕ ਵਿੱਚ ਵੀ ਕਿਹਾ, ਮਿਨਿਸਟਰ ਨੂੰ ਵੀ ਪੁੱਛਿਆ ਸੀ ਕਿ ਬਾਹਰਲੇ ਮਿਨਿਸਟਰ ਤੇ ਇੱਥੇ ਆਉਂਦੇ ਨਹੀਂ, ਤੁਸੀਂ ਇੱਥੋਂ ਬਾਹਰ ਤੁਰੇ ਰਹਿੰਦੇ ਹੋ। ਕਹਿੰਦਾ ਦੇ ਨੀਡ ਨਾਟ ਕਮ ਹੇਅਰ, ਦੇ ਆਰ ਆਲਰੇਡੀ ਇਨ ਦਾ ਫੋਰਨ ਕੰਟਰੀ। ਸੋ ਇਹ ਜਿਹੜਾ ਬਾਹਰ ਦਾ ਹੈ, ਤੁਸੀਂ ਇੱਕ ਲਾਈਨ ਤੇ ਅਗਰ ਰਹੋ, ਸਾਡੇ ਕਾਲਰ ਅਸੀਂ ਕੋਸ਼ਿਸ਼ ਕਰੀਏ ਜੀ ਉਹਨਾਂ ਨਾਲ। 1 ਮਿੰਟ ਤੁਸੀਂ ਲਾਈਨ ਤੇ ਹੋਲਡ ਕਰਨਾ ਪਲੀਜ਼। ਹੈਲੋ, 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 ਹਾਂਜੀ ਹਾਂਜੀ, ਤੁਸੀਂ ਲਾਈਨ ਤੇ ਰਹਿਣਾ ਸਰ 1 ਮਿੰਟ। ਹਾਂਜੀ, ਸਾਨੂੰ ਲਾਈਨ ਨਹੀਂ ਮਿਲ ਰਹੀ। ਸੋ ਇਹ ਮੁੱਦਾ ਜਿਹੜਾ ਤੁਸੀਂ ਦੱਸਿਆ ਹੈਗਾ, ਇਹਦਾ ਕੋਈ ਹੱਲ ਵੀ ਤੁਹਾਨੂੰ ਨਜ਼ਰ ਆਉਂਦਾ ਪਿਆ? ਇਹਦੇ 'ਚ ਕੋਈ ਹੋਏਗਾ ਜਾਂ ਕੀ ਕਰਨਾ ਚਾਹੀਦਾ, ਜਾਂ ਜਿਹੜੇ ਬਾਹਰ ਹੈਗੇ ਹੈ, ਕਿਉਂਕਿ ਉਹਨਾਂ ਦੀ ਹੀ ਮਦਦ ਜਾਂ ਉਹਨਾਂ ਦੀ ਇਮਦਾਦ ਦੇ ਬਿਨਾਂ ਵੀ ਨਹੀਂ ਹੁੰਦਾ, ਇਸ ਦੇ ਵਿੱਚ ਕੀ ਕਰ ਸਕਦੇ ਆ ਜਿਹੜੇ ਬਾਹਰ ਬੈਠੇ ਹੈਗੇ? ਹੈਲੋ, 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 ਹਾਂਜੀ ਆਈਪੀ ਸਿੰਘ ਜੀ, ਮੈਂ ਇਹ ਪੁੱਛ ਰਿਹਾ ਸੀ ਕਿ ਜਿਹੜੇ ਇਸ ਦਾ ਹੱਲ ਕੋਈ ਤੁਹਾਨੂੰ ਨਜ਼ਰ ਆਉਂਦਾ ਹੈ? ਇਹ ਜਿਹੜੀ ਕਿਸਮ ਦੀ ਸ਼ਰਮਨਾਕ ਜਿਹਾ ਕਾਰਾ ਵਾਪਰ ਰਿਹਾ ਹੈ,
ਔਰ ਸਾਡੇ ਨਾਲ ਜਿਹੜਾ ਹੋ ਰਿਹਾ ਹੈ ਇਸ ਦਾ ਕੋਈ ਸਾਨੂੰ ਹੱਲ ਨਜ਼ਰ ਆ ਰਿਹਾ? ਸਾਡੇ ਨਾਲ ਜੋ ਕੁਝ ਹੋ ਰਿਹਾ ਜੀ ਇਹ ਸਾਡੀ ਆਪ ਹੀ ਕਰਨੀ ਦਾ ਫਲ ਹੈ ਜੀ। ਇਹਦੇ 'ਚ ਮੈਂ ਨਹੀਂ ਸਮਝਦਾ ਕਿ ਕਿਸੇ ਹੋਰ ਦੇਸ਼ ਨੂੰ ਦੋਸ਼ ਦਿੱਤਾ ਜਾਣਾ ਚਾਹੀਦਾ ਜਾਂ ਉੱਥੋਂ ਦੀ ਅਥਾਰਟੀ ਨੂੰ। ਜੀ ਇਹਦੇ ਲਈ ਐਕਚੁਅਲੀ ਤਾਂ ਲੌਂਗ ਟਰਮ ਇਸ਼ੂਜ਼ ਨੇ ਕਿ ਏਮਪਲੋਇਮੈਂਟ ਦੇ ਐਵਨਿਊ ਪੰਜਾਬ 'ਚ ਅਵੇਲੇਬਲ ਹੋਣ, ਤੇ ਸਭ ਤੋਂ ਪਹਿਲਾਂ ਤਾਂ ਇਮੀਡੀਏਟ ਹੱਲ ਇਹਦਾ ਇਹ ਹੈ ਕਿ ਲੋਕਾਂ 'ਚ ਅਵੇਅਰਨੈਸ ਤੱਕ ਯੂਫੈਮਿਜ਼ਮ ਵੈਸੇ ਇੱਕ ਹਲਕੀ ਜਿਹੀ ਗੱਲ ਰਹਿ ਜਾਂਦੀ, ਥੋੜਾ ਜਿਹਾ ਸਰਕਾਰ ਨੂੰ ਵੀ ਸਖਤ ਹੋਣਾ ਪਏਗਾ ਕਿ ਜਿਹੜੇ ਟਰੈਵਲ ਏਜੰਟ ਮਿਸਗਾਈਡ ਕਰਦੇ ਨੇ ਉਹ ਦਿਲਚਸਪ ਗੱਲ ਹੈ ਕਿ ਜਿਹੜਾ ਨਵਾਂ ਕਾਨੂੰਨ ਜੀ ਪਾਸ ਹੋ ਚੁੱਕਾ, ਅਸੈਂਬਲੀ ਵੱਲੋਂ ਪਾਸ ਹੋ ਚੁੱਕਾ, ਉਹਦੇ 'ਚ ਪ੍ਰੋਵੀਜ਼ਨ ਐਜੂਕੇਸ਼ਨਲ ਇੰਸਟੀਟਿਊਟਸ ਨੂੰ ਵੀ ਮੋਨੀਟਰ ਕਰਨ ਦੀ ਜੀ 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 ਉਹਨੂੰ ਤੇ ਸਖਤੀ ਨਾਲ ਲਾਗੂ ਕੀਤਾ ਜਾਵੇ। ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਮੁੱਢਲਾ ਜਿਹੜਾ ਫਰਜ਼ ਹੈ ਔਰ ਜਿਹੜਾ ਡਿਊਟੀ ਹੈ ਉਹ ਸਰਕਾਰ ਦੀ ਹੈ। ਪਰ ਜਦੋਂ ਸਰਕਾਰ ਇਹਨਾਂ ਮਾਮਲਿਆਂ ਦੇ ਵਿੱਚ ਇੰਨੇ ਗੰਭੀਰ ਮਾਮਲਿਆਂ 'ਚ ਅਵੇਸਲੀ ਹੋ ਜਾਏ ਤਾਂ ਉਸ ਦੇ ਬਾਅਦ ਤਾਂ ਫਿਰ ਸਮਾਜਿਕ ਸੰਸਥਾਵਾਂ ਜਾਂ ਹੋਰ ਜਿਹੜੀਆਂ NGOs ਹੈ ਉਹ ਕੰਮ ਕਰਦੀਆਂ। ਤੁਹਾਡੇ ਨਜ਼ਰ ਵਿੱਚ ਕੋਈ ਪੰਜਾਬ ਦੇ ਵਿੱਚ ਕੋਈ ਸੀਰੀਅਸ ਔਰ ਗੰਭੀਰ NGO ਹੈ ਜਿਹੜੀ ਇਹਦੇ ਬਾਰੇ ਕੰਮ ਕਰ ਰਹੀ? ਰਾਮੂ ਵਾਲੀਆ ਜੀ ਦਾ ਨਾਂ ਤੇ ਆਉਂਦਾ ਹੈ, ਪਰ ਉਸ ਦੇ ਇਲਾਵਾ ਕੋਈ ਆਰਗੇਨਾਈਜ਼ ਤਰੀਕੇ ਨਾਲ NGOs ਕੁਝ ਕੰਮ ਕਰ ਰਹੇ ਹੈ? ਰਾਮੂ ਵਾਲੀਆ ਇਜ਼ ਅ ਲੋਨਲੀ ਵੌਇਸ ਇਨ ਦਿਸ ਸੈਕਟਰ। ਜੀ, ਕੋਈ ਕੰਮ ਨਹੀਂ ਹੋਇਆ। ਰਾਜਨੀਤਿਕ ਪਾਰਟੀਆਂ ਨੇ ਇੰਨੀ ਗੰਭੀਰ ਸਮੱਸਿਆ ਨੂੰ ਤੇ ਆਪਣੇ ਮੂੰਹ ਨੂੰ ਤਾਲੇ ਲਾ ਕੇ ਰੱਖੇ ਹੋਏ ਨੇ। ਤੁਸੀਂ ਦੇਖੋ ਆਸਟ੍ਰੇਲੀਆ 'ਚ 2 ਮੁੰਡੇ ਮਰੇ ਪੰਜਾਬੀ। ਹਾਂਜੀ। ਆਸਟ੍ਰੇਲੀਆ ਦੇ ਖਿਲਾਫ ਪ੍ਰਦਰਸ਼ਨ ਹੋਣ ਲੱਗਦਾ ਹੈ ਜੀ। ਤੇ ਐਚਐਮ ਕ੍ਰਿਸ਼ਨਾ ਜੀ ਨੇ ਜਿਹੜੇ ਫੋਰਨ ਹਿੰਦੁਸਤਾਨ ਦੇ ਨੇ ਬੜੇ ਸਖਤ ਬਿਆਨ ਦਿੱਤੇ। ਪੰਜਾਬ ਤੋਂ ਡੈਲੀਗੇਸ਼ਨ ਮਿਲ ਕੇ ਆਇਆ ਆਸਟ੍ਰੇਲੀਅਨ ਅਥਾਰਟੀਜ਼ ਨੂੰ ਦਿੱਲੀ 'ਚ ਜੀ। ਪਰ ਉਹ 2 ਬੰਦਿਆਂ ਦੇ ਕਤਲ ਤੋਂ ਬਾਅਦ ਜਿਹੜਾ ਕਿ ਬੜਾ ਮੰਦਭਾਗਾ ਸੀਗਾ ਔਰ ਇਸ ਇਸ਼ੂ ਨੂੰ ਇੰਨਾ ਸਟਰੋਂਗਲੀ ਹੀ ਰੇਜ਼ ਕੀਤਾ ਜਾਣਾ ਚਾਹੀਦਾ ਸੀ, ਪਰ ਜਿਹੜੇ ਸੈਂਕੜੇ ਨੌਜਵਾਨ ਬਾਹਰ ਇਲੀਗਲ ਰੂਟਸ ਰਾਹੀਂ ਜਾਂਦੇ ਰਹਿ ਗਏ ਜੀ ਉਹ 3 ਸਾਲਾਂ ਤੋਂ ਇਹ ਗੈਂਗ ਚੱਲ ਰਿਹਾ ਹੈ। ਮਤਲਬ ਇਹ ਪਿਕਿੰਗ ਸਾਡਾ ਏਜੰਟਾਂ ਵੱਲੋਂ ਬਣਾਇਆ ਜਾ ਰਿਹਾ। ਉਹਨਾਂ ਏਜੰਟਾਂ ਵੱਲੋਂ ਕਿੰਨੀ ਸਟਰੋਂਗ ਆ ਜਿਹਦੇ ਕਾਰਵਾਈ ਤੁਸੀਂ ਖੁਦ ਕਰਨੀ, ਤੁਸੀਂ ਬਾਹਰੋਂ ਕਾਰਵਾਈ ਵਿਦੇਸ਼ਾਂ ਤੋਂ ਮੰਗਣ ਜਾ ਰਹੇ ਹੋ। ਜੀ। ਘਰ ਬੈਠੇ ਕੋਈ ਕਾਰਵਾਈ ਨਹੀਂ ਕਰ ਰਹੇ, ਜਿਹੜੇ ਪਤਾ ਕਿ ਇਸ ਤੋਂ ਵੀ ਜ਼ਿਆਦਾ ਡੇਂਜਰਸ ਔਰ ਜ਼ਿਆਦਾ ਮੈਗਨੀਟਿਊਡ ਵਾਲਾ ਜਿਹੜਾ ਕਤਲੇਆਮ ਇੱਕ ਉਹਨਾਂ ਵੱਲੋਂ ਫੈਸਿਲੀਟੇਟ ਕੀਤਾ ਜਾ ਰਿਹਾ। ਜੀ ਜੀ ਜੀ। IPS ਸਿੰਘ ਜੀ, ਇੱਕ ਹੋਰ ਛੋਟਾ ਜਿਹਾ ਇਹਦੇ 'ਚ ਨੁਕਤਾ ਸੀ। ਆਮ ਤੌਰ ਤੇ ਦੇਖੋ ਜੋ ਇਸ ਵੇਲੇ ਕੋਰਟਸ ਜਿਹੜੀਆਂ ਉਹ ਇਤਨੀਆਂ ਪ੍ਰੋਐਕਟਿਵ ਹੋਈਆਂ ਪਈਆਂ, ਕਿਧਰੇ ਨਾਲਾ ਨਹੀਂ ਬਣਿਆ, ਕਿਧਰੇ ਕੋਈ ਜ਼ਰਾ ਜੀ ਕੋਈ ਚੀਜ਼ ਹੋ ਗਈ, ਕੋਈ ਦਰਖਤ ਡਿੱਗ ਪਿਆ, ਕੁਛ ਹੋ ਗਿਆ, ਕੋਰਟਸ ਉਹਦੇ 'ਚ ਪ੍ਰੋਐਕਟਿਵ ਹੋ ਕੇ ਬੜਾ ਐਕਟਿਵ ਰੋਲ ਅਦਾ ਕਰਦੀਆਂ। ਇਹਦੇ ਵਿੱਚ ਕੋਰਟਸ ਕਿਉਂ ਚੁੱਪ ਹੈਗੀਆਂ? ਕੋਰਟਸ ਦੀ ਚੁੱਪ ਕਿਉਂ ਨੇ ਤਾਂ ਬਾਰੇ ਮੈਂ ਨਹੀਂ ਕਹਿ ਸਕਦਾ, ਪਰ ਕੋਰਟ ਸੇ ਪਹਿਲੀ ਵਾਰੀ ਚੁੱਪ ਹੋਇਆ। 3000 ਬੰਦਾ ਸੁਪਰੀਮ ਕੋਰਟ ਦੀ ਨੱਕ ਥੱਲੇ ਮਾਰਿਆ ਜਾਵੇ, ਕੋਰਟ ਚੁੱਪ ਰਹਿੰਦੀ ਹੈ। ਜੀ ਜੀ ਜੀ। ਤੇ ਵੀ ਦੇਸ਼ 'ਚ ਮਾਰੇ ਗਏ। ਕੋਰਟ ਕਈ ਵਿਸ਼ਿਆਂ ਤੇ ਚੁੱਪ ਰਹਿੰਦੀ ਹੈ, ਕਈ ਇਸ਼ੂਸ ਤੇ ਨੋਟਿਸ ਲੈ ਲੈਂਦੀ ਹੈ, ਪਰ ਵੱਡੀ ਗੱਲ ਇਹ ਵੀ ਹੈ ਜਿਹੜੇ ਫਰਾਡ ਚੂਕ ਦੇ ਕੇਸ ਨੇ ਇਹਨਾਂ 'ਚ ਕੋਰਟਸ ਦੇ ਜਿਹੜੇ ਟ੍ਰਾਇਲ ਦੀ ਸਪੀਡ ਵੀ ਥੋੜੀ ਹੈ। ਅੱਜ ਤੱਕ ਥੋੜੇ ਬੰਦੇ ਕਨਵਿਕਟ ਹੋਏ ਨੇ। ਜੀ ਹਾਂ ਜੀ ਹਾਂ ਜੀ, ਬਿਲਕੁਲ। ਉਹ ਤੇ ਤੁਹਾਡੀ ਗੱਲ, ਉਹ ਅੱਜ ਵੀ ਜਿਵੇਂ ਹੋਇਆ ਹੈ ਸੱਜਣ ਕੁਮਾਰ ਦੇ ਖਿਲਾਫ ਵੀ, ਉਹ ਜਿਵੇਂ ਕਿਸੇ ਨੇ ਕਿਹਾ ਸੀ ਕਿ ਕਾਨੂੰਨ ਜਿਹੜਾ ਉਹ ਲੰਗੜਾ ਮਤਲਬ ਅੰਨਾ ਹੁੰਦਾ ਹੈ, ਤੇ ਇੱਥੇ ਲੰਗੜਾ ਵੀ ਹੈਗਾ ਔਰ ਤੁਰਦਾ ਵੀ ਨਹੀਂ ਠੀਕ ਹੈਗਾ। ਮੈਂ 1 ਮਿੰਟ ਕੋਸ਼ਿਸ਼ ਕਰਾਂਗਾ, ਜੇ ਸਾਨੂੰ ਕਾਲਰ ਕੋਸ਼ਿਸ਼ ਕਰ ਰਹੇ ਸੀ, ਤੁਸੀਂ 1 ਮਿੰਟ ਲਾਈਨ ਤੇ ਰਹਿਣਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲਾਈਨ ਤੇ ਹੋ? ਹਾਂਜੀ ਹਾਂਜੀ ਵੀਰ ਜੀ, ਮੈਂ ਤੁਹਾਡੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕਰਦਾ ਜੀ। ਬਾਕੀ ਜੋ ਪੰਜਾਬ ਦੇ ਉੱਤੇ ਜੋ ਦਰਖਤ ਡਿੱਗ ਰਿਹਾ ਇਸ ਟਾਈਮ ਜੀ, ਤੁਸੀਂ ਵੀ ਜੀ ਲਾਈਨ ਤੇ ਰਹਿਣਾ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਲੈਣੇ ਆ, ਪਰ ਇੱਕ ਛੋਟੇ ਜਿਹੇ ਬ੍ਰੇਕ ਦੀ ਸਾਨੂੰ ਜ਼ਰੂਰਤ ਹੈ। ਇੱਕ ਬ੍ਰੇਕ ਲੈ ਕੇ ਅਸੀਂ ਤੁਹਾਡੇ ਨਾਲ ਫਿਰ ਲਾਈਨ ਦੇ ਉੱਤੇ ਆਉਂਦੇ ਹਾਂ, ਪਲੀਜ਼। ਥੈਂਕ ਯੂ। ਸੋ ਦਰਸ਼ਕੋ, ਇੱਕ ਅਸੀਂ ਛੋਟਾ ਜਿਹਾ ਬ੍ਰੇਕ ਲਵਾਂਗੇ ਔਰ IP ਸਿੰਘ ਜੀ ਸਾਡੇ ਨਾਲ ਹਨ, ਤੇ ਉਸ ਤੋਂ ਬਾਅਦ ਅਸੀਂ ਫਿਰ ਬ੍ਰੇਕ ਦੇ ਬਾਅਦ ਹਾਜ਼ਰ ਹੁੰਦੇ ਹਾਂ। ਸੋ ਦਰਸ਼ਕੋ, ਬ੍ਰੇਕ ਦੇ ਬਾਅਦ ਆਪ ਦਾ ਮੁੜ ਨਿੱਘਾ ਸਵਾਗਤ ਹੈ। ਇਹ ਪ੍ਰੋਗਰਾਮ ਆਪਣੇ ਵਹਾਅ ਨਾਲ ਚੱਲ ਰਿਹਾ ਹੈ। ਸੋ IP ਸਿੰਘ ਜੀ ਸਾਡੇ ਨਾਲ ਲਾਈਨ ਦੇ ਉੱਤੇ ਹਨ, ਔਰ ਜਿਹੜਾ ਗੰਭੀਰ ਸਮਾਜਿਕ ਮੁੱਦਾ ਹੈ, ਜਿਹੜਾ ਸਾਰੇ ਪੰਜਾਬੀਆਂ ਦੇ ਉੱਤੇ ਲਾਗੂ ਹੈ, ਪਰ ਹੈ ਤਾਂ ਉਹ ਪੂਰੇ ਦੇਸ਼ ਦਾ ਮਸਲਾ ਸੀ, ਪਰ ਜਿਸ ਤਰੀਕੇ ਦੇ ਨਾਲ ਕੇਵਲ ਨਾਰਥ ਇੰਡੀਆ ਕਰਕੇ, ਉੱਤਰੀ ਭਾਰਤ ਕਰਕੇ ਉਹ ਜਿਹੜੀ ਵੀਜ਼ੇ ਦੇ ਉੱਤੇ, ਸਟੂਡੈਂਟ ਵੀਜ਼ੇ ਤੇ ਰੋਕ ਲਗਾਈ ਗਈ ਹੈ, ਉਹ ਸਿੱਧਾ ਇੱਕ ਕਿਸਮ ਦਾ ਇੱਕ ਸਾਡੇ ਉੱਤੇ, ਪੰਜਾਬ ਦੇ ਉੱਤੇ
ਇੱਕ ਰਿਮਾਰਕਸ ਹੈ ਔਰ ਬੜਾ ਗੰਭੀਰ ਰਿਮਾਰਕਸ ਹੈ। ਇਹਦੇ ਤੇ ਸਾਨੂੰ ਭਰਪੂਰ ਜਾਣਕਾਰੀ ਦੇ ਰਹੇ ਸੀ ਆਈਪੀ ਸਿੰਘ ਜੀ। ਤੇ ਆਈਪੀ ਸਿੰਘ ਜੀ, ਅਖੀਰ ਵਿੱਚ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦਰਸ਼ਕਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ? ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ। ਇਸ ਤਾਂ ਮੇਰੇ ਖਿਆਲ 'ਚ ਜਿਹੜੀ ਇਹ ਸਮਝ ਹੈ ਕਿ ਇਹ ਪੰਜਾਬ 'ਚ ਰਹਿ ਕੇ, ਹਿੰਦੁਸਤਾਨ 'ਚ ਰਹਿ ਕੇ ਜੀ ਕਿਸੇ ਨੂੰ ਠੀਕ ਠਾਕ ਰੁਜ਼ਗਾਰ ਮਿਲ ਸਕਦਾ, ਉਹਦਾ ਰੋਟੀ ਪਾਣੀ ਠੀਕ ਚੱਲ ਸਕਦਾ, ਤੇ ਲੋਕਾਂ 'ਚ ਇਹ ਵੀ ਸਮਝ ਬਚਾਉਣ ਦੀ ਲੋੜ ਹੈ ਕਿ ਰਿਵਰਸ ਬ੍ਰੇਨ ਡਰੇਨ ਵੀ ਹੁਣ ਤਾਂ ਸਭ ਹੋ ਰਹੀ ਹੈ ਜੀ। ਇਸ ਚੀਜ਼ ਨੂੰ ਹਾਈਲਾਈਟ ਕਰਨ ਦੀ ਲੋੜ ਹੈ ਕਿ ਇਹ ਵੀ ਪੜ੍ਹ ਲਿਖ ਕੇ ਐਵੇਨਿਊਜ਼ ਚੰਗੇ ਹੈਗੇ ਨੇ, ਹਿੰਦੁਸਤਾਨ ਦੇ ਅੰਦਰ ਹੀ ਅਵੇਲੇਬਲ ਨੇ, ਬਾਹਰੋਂ ਲੋਕੀ ਰਾਦਰ ਇੱਥੇ ਆ ਕੇ ਵਾਪਸ ਆ ਕੇ ਜੀ ਵੀ ਕੰਮ ਕਰ ਰਹੇ ਨੇ। ਤੇ ਐਜੂਕੇਸ਼ਨ ਦਾ ਜਿਹੜਾ ਢਾਂਚਾ ਹੈ ਪੰਜਾਬ 'ਚ ਖਾਸ ਕਰਕੇ, ਉਹਨੂੰ ਜ਼ਿਆਦਾ ਇੰਪਰੂਵ ਕਰਨ ਦੀ ਲੋੜ ਹੈ। ਤੇ ਇਹ ਸਾਰੇ ਜਿਹੜੇ ਕਦਮ ਰਲ ਕੇ ਐਜੂਕੇਸ਼ਨ ਦੇ ਢਾਂਚੇ ਨੂੰ ਇੰਪਰੂਵ ਕਰਨਾ, ਏਜੰਟਾਂ ਦੇ ਸਖਤੀ ਕਰਨਾ, ਤੇ ਪੰਜਾਬ ਸਰਕਾਰ ਇਹਨੂੰ ਪੋਲੀਟੀਕਲ ਏਜੰਡਾ ਬਣਾਵੇ ਕਿ ਸੱਚੀ ਇੱਥੇ ਇੰਪਲਾਇਮੈਂਟ ਦੇ ਜਿਹੜੇ ਨਵੇਂ ਵਸੀਲੇ ਨੇ, ਨਵੇਂ ਰਾਹ ਨੇ, ਉਹ ਖੋਲ੍ਹੇ ਜਾਣਗੇ। ਇਸ ਤੋਂ ਬਗੈਰ ਦੇਖੋ, ਬੰਦਾ ਜਿਹੜਾ ਧਰਤੀ ਤੇ ਆਇਆ ਰੋਟੀ ਤੇ ਖਾਣੀ, ਉਹ ਇੱਥੇ ਖਾਵੇ, ਬਾਹਰ ਜਾ ਕੇ ਖਾਵੇ। ਕਿਉਂਕਿ ਦੁਆਬਾ ਖਾਸ ਕਰਕੇ ਜਾਂ ਮੋਗਾ ਵਗੈਰਾ, ਜਿੱਥੋਂ ਲੋਕੀ ਕਾਫੀ ਬਾਹਰ ਗਏ ਹੋਏ ਨੇ ਪਹਿਲਾਂ, ਉੱਥੋਂ ਇੱਕ ਉਹਨਾਂ ਦੀ ਬੇਸਿਕਲੀ ਲਾਲਸਾ ਦਾ ਕਾਰਨ ਇਹ ਹੈ ਕਿ ਉਹ ਦੇਖਦੇ ਨੇ ਕਿ ਜਿਹੜੇ ਬਾਹਰਲੇ ਬੰਦੇ ਨੇ ਉਹ ਕਾਫੀ ਸੌਖੇ ਰਹਿ ਰਹੇ ਨੇ। ਇਹ ਵੱਖਰੀ ਗੱਲ ਆ ਕਿ ਉਹਨਾਂ ਦਾ 100 ਜਦੋਂ ਡਾਲਰ ਪਾਉਣ ਵਿੱਚ ਰੁਪਈਆਂ 'ਚ ਕਨਵਰਟ ਹੁੰਦੇ ਨੇ, ਉਹਦੇ ਕਰਕੇ ਜ਼ਿਆਦਾ ਨਜ਼ਰ ਆਉਂਦੀ ਹੈ। ਪਰ ਫਿਰ ਵੀ ਉਹ ਰਹਿ ਤੇ ਮਤਲਬ ਠੀਕ ਠਾਕ, ਉਹਨਾਂ ਦਾ ਲਿਵਿੰਗ ਸਟੈਂਡਰਡ ਠੀਕ ਠਾਕ ਹੈ। ਇਹ ਇੱਕ ਕਾਰਨ, ਮਤਲਬ ਇਹ ਇੱਕ ਕੋਈ ਇਹੋ ਜਿਹਾ ਕਦਮ ਇੱਕ ਨਹੀਂ ਹੈਗਾ ਜਿਹੜਾ ਇਸ ਸਾਰੀ ਸਮੱਸਿਆ ਦਾ ਨਿਦਾਨ ਕਰਾ ਸਕਦਾ। ਸਾਰੇ ਕਦਮਾਂ ਤੇ ਰਲ ਕੇ ਸ਼ਾਰਟ ਟਰਮ, ਲੌਂਗ ਟਰਮ, ਹਰ ਤਰ੍ਹਾਂ ਦੇ ਸਟੈਪ ਲੈ ਕੇ ਹੀ ਕੰਮ ਹੋ ਸਕੇਗਾ। ਪਰ ਇੱਕ ਚੀਜ਼ ਤੇ ਬੜੀ ਹੈ ਨਾ, ਦੇਖੋ ਪਹਿਲੇ ਭਾਵੇਂ ਜਿਵੇਂ ਜੋ ਮਰਜ਼ੀ ਹੋ ਜਾਏ, ਕਦੀ ਵੀ ਇਮੋਰਲ ਜਾਂ ਨਾਜਾਇਜ਼ ਤਰੀਕਾ ਉਹ ਬਜ਼ੁਰਗ ਨਹੀਂ ਸੀ ਕਦੀ ਰਾਏ ਦਿੰਦੇ ਕਿ ਉਹ ਤਰੀਕਾ ਅਪਣਾਇਆ ਜਾਏ। ਭਾਵੇਂ ਤੁਹਾਨੂੰ ਨਿੱਜੀ ਤੌਰ ਤੇ ਜਿੰਨਾ ਨੁਕਸਾਨ ਹੋਏ, ਜਿੰਨੀ ਮਰਜ਼ੀ ਤਕਲੀਫ ਹੋਏ, ਪਰ ਆਪਣੀ ਐਥਿਕਸ ਔਰ ਮੋਰੈਲਿਟੀ ਜਿਹੜੀ ਹੈ, ਹੁਣ ਇਸ ਦੇ ਵਿੱਚ ਜੋ ਮੋਰੈਲਿਟੀ ਖਤਮ ਹੋ ਰਹੀ ਹੈ, ਉਹ ਤਾਂ ਸਾਡੇ ਸਮਾਜ ਸ਼ਾਸਤਰੀ ਜਾਂ ਸਾਡੇ ਧਾਰਮਿਕ ਆਗੂ ਹੀ ਇਸ ਦੇ ਉੱਤੇ ਕੰਟਰੋਲ ਕਰ ਸਕਦੇ ਹਨ। ਮੈਂ ਦੱਸਦਾ ਕਿ ਅੱਗੇ ਇਹ ਹੁੰਦਾ ਸੀ ਕਿ ਪਤਾ ਨਹੀਂ ਤਾਂ ਪੰਜਾਬੀ ਸੋਸਾਇਟੀ ਅਗਾਂਹ ਇੰਨੀ ਵੱਧ ਗਈ ਹੈ ਜੀ। ਅੱਗੇ ਹੁੰਦਾ ਸੀ ਕਿ ਕੁੜੀਆਂ ਦੀ ਇੱਜ਼ਤ ਦਾ, ਉਹਨਾਂ ਦੇ ਮਾਣ ਸਨਮਾਨ ਦਾ, ਤੇ ਉਹ ਬੜਾ ਉਹਨੂੰ ਨਾਜ਼ੁਕ ਵੀ ਸਮਝਿਆ ਜਾਂਦਾ, ਖਿਆਲ ਵੀ ਰੱਖਿਆ ਜਾਂਦਾ ਜੀ ਜੀ। ਹੁਣ ਮੈਂ ਇਹੋ ਤਿਆਰ ਦੇਖੇ ਨੇ ਜੀ, ਇਹੋ ਇੰਸਟੈਂਸ ਦੇਖੇ ਨੇ ਜਿੱਥੇ ਕੁੜੀਆਂ ਪਾਇਲਟ ਪਾਸ, ਕੋਈ ਵੀ ਰਾਦਰ ਵੀ ਜਿਹੜੇ ਮੈਂ ਦੋ ਇਸ਼ਤਿਹਾਰ ਤੁਹਾਨੂੰ ਪੜ੍ਹੇ ਨੇ ਜੀ, ਇਹੋ ਜਿਹੇ ਨੇ, ਉਹ ਇਕੱਲੀਆਂ ਜਾ ਕੇ ਆਸਟ੍ਰੇਲੀਆ 'ਚ ਖਾਸ ਕਰਕੇ ਉਹ ਇਸ ਤਰ੍ਹਾਂ ਹੋਇਆ ਜੀ, ਇੱਥੋਂ ਕੋਰਟ ਮੈਰਿਜ ਕਰਾ ਕੇ ਗਈਆਂ ਇਕੱਲੀਆਂ, ਉਹਨਾਂ ਨੇ ਆਪਣੇ ਨੂੰ ਸਸਟੇਨ ਕੀਤਾ। ਉਹ ਮਾਪੇ ਜਾਂ ਤਾਂ ਇੱਕ ਸਾਡੇ ਉਹਨਾਂ ਦੇ ਕੁੜੀਆਂ ਮੁੰਡਿਆਂ ਦਾ ਫਰਕ ਮਿਟਾ ਦਿੱਤਾ। ਉੱਥੇ ਮੈਨੂੰ ਪਤਾ, ਹਾਲਾਂਕਿ ਇਹ ਗੱਲ ਮੈਂ ਬੇਗਾਰ ਐਵੀਡੈਂਸ ਤੇ ਕਹਿ ਨਹੀਂ ਸਕਦਾ ਵੀ ਕੁੜੀਆਂ ਨੂੰ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪਏ ਆਪੇ। ਇੱਥੇ ਦੇਖੋ ਪੰਜਾਬੀ ਸੋਸਾਇਟੀ ਦਾ ਬਿਹੇਵੀਅਰ ਕਿੰਨਾ ਕੰਟਰਾਡਿਕਟਰੀ ਹੋ ਗਿਆ। ਇੱਥੇ ਕਈਆਂ ਨੂੰ ਵਿਚਾਰੀਆਂ ਨੂੰ ਕੁਝ ਸਾਲ ਪਹਿਲਾਂ ਤੱਕ ਕਾਲਾ ਹੀ ਨਹੀਂ ਸੀ ਜਾਣ ਦਿੱਤਾ ਜਾਂਦਾ ਪੜ੍ਹਨ ਲਈ। ਹੁਣ ਉਹ ਬਾਹਰ ਇਕੱਲੀਆਂ ਭੇਜਿਆ ਜਾ ਰਿਹਾ ਜਦੋਂ ਪਤਾ ਹੈ ਕਿ ਉੱਥੇ ਡਿਵਰਸ ਕੰਡੀਸ਼ਨਸ ਨੇ, ਤੇ ਉੱਥੇ ਪੈਰ ਤਿਲਕ ਵੀ ਸਕਦੇ ਨੇ, ਸਾਰਾ ਕੁਝ ਹੋ ਸਕਦਾ ਹੈ, ਪਰ ਇਹ ਸਾਰਾ ਕੁਝ ਚੱਲ ਰਿਹਾ ਜੀ ਸਾਡੇ ਜੀ। ਸੋ ਮੈਂ ਇਹੀ ਆਸ ਕਰ ਰਿਹਾ ਸੀ ਤੁਹਾਡੇ ਕੋਲੋਂ, ਜਿਹੜੀ ਇਹ ਗੱਲ ਸੀ ਕਿ ਖਾਲੀ ਸਟੂਡੈਂਟ ਵੀਜ਼ੇ ਦੀ ਗੱਲ ਨਹੀਂ, ਕੇਵਲ ਇੰਗਲੈਂਡ ਵੱਲੋਂ ਨਹੀਂ, ਇਹ ਕੋਈ ਕਾਨੂੰਨੀ ਮਸਲਾ ਨਹੀਂ, ਇਹਦੇ ਪਿੱਛੇ ਗੰਭੀਰ ਸਾਡੀ ਜਿਹੜੀ ਮੋਰੈਲਿਟੀ ਹੈਗੀ ਹੈ, ਉਹ ਇੱਕ ਕਿਸਮ ਦੀ ਕੈਜੂਅਲਟੀ ਬਣਦੀ ਜਾ ਰਹੀ ਹੈ। ਕਾਸ਼ ਜਿਹੜਾ ਸਾਡਾ ਵਿਰਸਾ ਸੀ, ਇਹ ਜਿਹੜੀ ਇੱਜ਼ਤ ਸੀ, ਸਵੈਮਾਨ ਸੀ, ਔਰ ਜਿਹੜੀ ਸਾਡੀ ਦਸਤਾਰ ਜਾਂ ਜਿਹੜੀ ਸਾਡੀ ਚੁੰਨੀ ਸੀ, ਇਸ ਦੇ ਉੱਤੇ ਜਿਹੜਾ ਦਰਅਸਲ ਇਹ ਹਮਲਾ ਹੈ, ਔਰ ਕੋਸ਼ਿਸ਼ ਕੀਤੀ ਜਾਏ ਕਿ ਇਹਦੇ ਲਈ ਸਾਡੇ ਚਿੰਤਕ, ਇਹ ਚਿੰਤਾ ਦਾ ਵਿਸ਼ਾ ਵੀ ਹੈ, ਔਰ ਜਿਹੜੇ ਸਾਡੇ ਚਿੰਤਕ ਹਨ ਉਹ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਲੈਣਗੇ ਕਿ ਕੇਵਲ ਬਾਹਰ ਜਾਣ ਦੀ ਗੱਲ ਨਹੀਂ, ਗੱਲ ਤਾਂ ਹੈ ਕਿ ਸਾਡੀ ਆਬਰੂ, ਸਾਡੀ ਇੱਜ਼ਤ, ਉਹ ਇਸ ਵੇਲੇ ਐਟ ਸਟੇਕ ਹੈ। ਸੋ ਆਈਪੀ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਲਾਈਨ ਦੇ ਉੱਤੇ ਆਉਣ ਲਈ ਔਰ ਆਪਣਾ ਕੀਮਤੀ ਸਮਾਂ ਦੇਣ ਲਈ, ਔਰ ਸਾਡੇ ਜਸ ਪੰਜਾਬੀ ਦੇ ਦਰਸ਼ਕਾਂ ਵੱਲੋਂ ਅਸੀਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ। ਅੱਛਾ, ਸੋ ਪਿਆਰੇ ਦਰਸ਼ਕੋ, ਸੋ ਇਹ ਸਨ ਆਈਪੀ ਸਿੰਘ ਜੀ, ਜਿਹੜੇ ਕਿ ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਹਨ, ਪਰ ਜਿਹੜੀ ਉਹਨਾਂ ਨੇ ਜਾਂਦੇ ਜਾਂਦੇ ਜਿਹੜੀ ਗੱਲ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਸਿਰਫ ਬਾਹਰ ਜਾਣ ਦੀ ਲਾਲਸਾ ਦੇ ਨਾਲ ਉਹ ਜਿਹੜੀ ਪਹਿਲਾਂ ਜਿਸ ਤਰੀਕੇ ਦੇ ਨਾਲ ਸਾਡੇ ਸਮਾਜ ਵਿੱਚ
ਸਾਡੇ ਆਪਣੇ ਕੌਮ ਦੇ ਵਿੱਚ ਕੌਮੀ ਤੌਰ ਦੇ ਉੱਤੇ ਜਿਸ ਤਰ੍ਹਾਂ ਇੱਜ਼ਤ ਨੂੰ ਸਭ ਤੋਂ ਮੁੱਖ ਰੱਖਿਆ ਜਾਂਦਾ ਸੀ, ਅੱਜ ਕਿਸ ਤਰ੍ਹਾਂ ਸਮਝੌਤਾ ਕੀਤਾ ਜਾ ਰਿਹਾ ਹੈ ਔਰ ਇੱਕ ਬਹੁਤ ਗੰਭੀਰ ਵਿਸ਼ਾ ਹੈ। ਆਸ ਕੀਤੀ ਜਾਏ ਕਿ ਸਾਡੇ ਕੋਲ ਹੋਰ ਜਿੰਨੇ ਮਸਲੇ ਹੋਣ, ਪਰ ਇਹਦੇ ਬਾਰੇ ਸਾਡੇ ਆਗੂ, ਸਾਡੇ ਚਿੰਤਕ ਔਰ ਜਿਨ੍ਹਾਂ ਦੇ ਉੱਤੇ ਦਾਰੋਮਦਾਰ ਹੈ, ਉਹ ਇਸ ਨੂੰ ਗੰਭੀਰਤਾ ਨਾਲ ਸੋਚਣ। ਇਹ ਜ਼ਰੂਰ ਹੈ ਕਿ ਜਿੱਥੇ ਵੀ ਬਾਹਰ ਜਾਣ ਦਾ ਜਾਂ ਜਿੱਥੇ ਵੀ ਕਿਸੇ ਨੂੰ ਕੋਈ ਮੌਕਾ ਮਿਲਦਾ ਹੈ, ਵਧਣ ਦਾ ਜ਼ਰੂਰ ਵਧਿਆ ਜਾਏ, ਪਰ ਵਧਣ ਦਾ ਇਹ ਅਰਥ ਨਹੀਂ ਹੈ ਕਿ ਉਸ ਦੀ ਕੀਮਤ ਜਿਹੜੀ ਦੇਣੀ ਹੈ ਉਸ ਨੂੰ ਧਿਆਨ ਨਾਲ ਰੱਖਿਆ ਜਾਏ। ਸੋ ਸਾਨੂੰ ਆਸ ਹੈ ਕਿ ਇਹ ਜਿਹੜਾ ਗੰਭੀਰ, ਬਹੁਤ ਹੀ ਗੰਭੀਰ ਵਿਸ਼ਾ ਹੈ, ਇੱਕ ਮੁੱਦਾ ਹੈ, ਤੁਸੀਂ ਇਸ ਦੇ ਬਾਰੇ ਜ਼ਰੂਰ ਆਪਣੇ ਵਿਚਾਰ ਸਾਨੂੰ ਲਿਖ ਕੇ ਭੇਜੋਗੇ ਤਾਂ ਕਿ ਅਸੀਂ ਉਹਨਾਂ ਨੂੰ ਇਕੱਠਿਆਂ ਕਰਕੇ ਜਿਹੜੇ ਸਾਡੇ ਕਾਨੂੰਨ ਬਣਾਉਣ ਵਾਲੇ ਹਨ, ਧਾਰਮਿਕ ਤੌਰ ਦੇ ਉੱਤੇ ਜਾਂ ਦੂਸਰੇ, ਜਾਂ ਜਿਹੜੇ ਸਾਡੇ ਸਮਾਜ ਸੇਵੀ ਸੰਸਥਾਵਾਂ ਹਨ, ਇਸ ਨੂੰ ਇੱਕ ਮੁੱਦੇ ਦੇ ਤੌਰ ਦੇ ਉੱਤੇ ਲੈ ਕੇ, ਇੱਕ ਮਸਲੇ ਦੇ ਤੌਰ ਤੇ, ਕੌਮੀ ਮਸਲੇ ਦੇ ਉੱਤੇ ਲੈ ਕੇ ਇਸ ਦੇ ਉੱਤੇ ਜ਼ਰੂਰ ਡੂੰਘੀ ਵਿਚਾਰ ਕਰ ਸਕਣ। ਇਹ ਮਕਸਦ ਸੀ ਇਸ ਵਿਸ਼ੇ ਨੂੰ ਤੁਹਾਡੇ ਤੱਕ ਲਿਜਾਣ ਦਾ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕੁਝ ਕਾਲਸ ਲਈਏ। ਤੁਸੀਂ ਸਾਨੂੰ ਕਾਲ ਕਰਨ ਲੱਗਿਆਂ ਆਪਣੇ ਟੀਵੀ ਦੀ ਆਵਾਜ਼ ਜ਼ਰੂਰ ਬੰਦ ਕਰ ਦਿਓ ਔਰ ਟੀਵੀ, ਆਪਣੇ ਫੋਨ ਨੂੰ ਟੀਵੀ ਤੋਂ ਦੂਰ ਲਿਜਾ ਕੇ ਤੁਸੀਂ ਸਾਡੇ ਨਾਲ ਗੱਲ ਕਰਨ ਦੀ ਕਿਰਪਾ ਕਰੋ। ਹੈਲੋ ਹੈਲੋ ਹਾਂਜੀ ਹਾਂਜੀ, ਕੌਣ ਬੋਲ ਰਹੇ ਵੀਰ ਜੀ? ਮੈਂ ਜੀ ਹਰਮੇਲ ਸਿੰਘ ਬੋਲਦਾ ਜੀ। ਹਾਂਜੀ ਹਰਮੇਲ ਸਿੰਘ ਜੀ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਸ਼ੋਅ ਆਉਣ ਤੋਂ ਪਹਿਲਾਂ ਥੋੜੀ ਜਿਹੀ ਟ੍ਰੇਨਿੰਗ ਲੈ ਕੇ ਆਓ, ਤੁਹਾਨੂੰ ਫੋਨ ਨਹੀਂ ਹੈਂਡਲ ਕਰਨਾ ਆਉਂਦਾ ਚੰਗੀ ਤਰ੍ਹਾਂ। ਚਲੋ ਠੀਕ ਹੈ ਜੀ, ਬੜੀ ਮਿਹਰਬਾਨੀ। ਹੋਰ ਸੁਜੈਸ਼ਨਸ? ਧੰਨਵਾਦ। ਸੋ ਇਹ ਜੀ, ਸੋ ਅਸੀਂ ਜਿਹੜੇ ਵਿਸ਼ੇ ਦੇ ਉੱਤੇ ਆਪ ਨਾਲ ਗੱਲ ਕਰ ਰਹੇ ਸੀ ਕਿ ਇਸ ਦੇ ਬਾਰੇ ਜੋ ਵੀ ਤੁਸੀਂ ਸਾਨੂੰ ਦੱਸਣਾ ਚਾਹੋ ਉਹ ਸਾਨੂੰ ਈਮੇਲ ਵੀ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ। ਇੱਕ ਹੋਰ ਜਿਹੜਾ ਛੋਟਾ ਜਿਹਾ ਮੁੱਦਾ ਹੈ ਪਰ ਹੈ ਗੰਭੀਰ, ਉਸ ਦੇ ਬਾਰੇ ਅਸੀਂ ਆਪ ਨੂੰ ਜ਼ਰੂਰ ਦੱਸਣਾ ਚਾਹਾਂਗੇ। ਗੁਰੂ ਸਾਹਿਬ ਦੀਆਂ ਪਵਿੱਤਰ ਛੋਹ ਪ੍ਰਾਪਤ ਕੋਈ ਵੀ ਚੀਜ਼ਾਂ ਜਿਹੜੀਆਂ ਹਨ ਉਹ ਕੌਮ ਨੇ ਸਾਂਭ ਕੇ ਰੱਖੀਆਂ ਹਨ, ਭਾਵੇਂ ਉਹਨਾਂ ਦੇ ਜੋੜੇ ਹਨ, ਭਾਵੇਂ ਉਹਨਾਂ ਦੇ ਵਸਤਰ ਹਨ, ਭਾਵੇਂ ਉਹਨਾਂ ਦੀਆਂ ਹੱਥ ਲਿਖਤਾਂ ਹਨ। ਜਿੱਥੇ ਜਿੱਥੇ ਵੀ ਉਹ ਚੀਜ਼ਾਂ ਪਈਆਂ ਹਨ ਉਹ ਬੇਸ਼ਕੀਮਤੀ ਖਜ਼ਾਨਾ ਹੈ ਔਰ ਉਸ ਦੀ ਕੋਈ ਕੀਮਤ ਨਹੀਂ ਲਗਾ ਸਕਦਾ। ਅੱਜ ਅਸੀਂ ਬਾਰ-ਬਾਰ ਦੇਖਦੇ ਹਾਂ, ਇਸ਼ਤਿਹਾਰਾਂ ਦੇ ਵਿੱਚ ਆਉਂਦਾ ਹੈ ਕਿ ਇੰਗਲੈਂਡ ਦੇ ਵਿੱਚ ਸੋਥਜ਼ਬੀ ਨੇ ਜਾਂ ਹੋਰ ਕਿਸੇ ਨੇ ਕੋਈ ਮਹਾਰਾਜੇ ਦੀ, ਕੋਈ ਮਹਾਰਾਜਾ ਦਲੀਪ ਸਿੰਘ ਦੀ ਕੋਈ ਚੀਜ਼ ਨਿਲਾਮ ਕੀਤੀ ਜਾਂ ਕੋਈ ਨਿਲਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਲਈ ਸਾਰੀ ਕੌਮ ਇੱਕਦਮ ਚਿੰਤਤ ਹੋ ਉੱਠਦੀ ਹੈ। ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਦੀ ਛੋਹ ਪ੍ਰਾਪਤ ਉਹਨਾਂ ਦੇ ਜੋੜੇ ਜਾਂ ਉਹਨਾਂ ਦੀ ਜੁੱਤੀਆਂ ਜਿਹੜੇ ਔਰ ਮਾਤਾ ਸਾਹਿਬ ਦੇਵਾਂ ਜੀ ਦੇ ਜੋੜੇ, ਉਹ ਦਿੱਲੀ ਦੇ ਵਿੱਚ 27 ਰੋਹਤਕ ਰੋਡ ਦੇ ਉੱਤੇ ਕਿਸੇ ਘਰ ਦੇ ਵਿੱਚ ਪਏ ਹਨ। ਉਸ ਦੇ ਬਾਰੇ ਆਪ ਨੂੰ ਬਹੁਤ ਸੰਖੇਪ ਜਾਣਕਾਰੀ ਜੋ ਹੈ ਉਹ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਦਿੱਤੀ ਸੀ। ਉਹ ਹੈ ਧਮਿਆਲ ਪਿੰਡ ਜੋ ਰਾਵਲਪਿੰਡੀ ਤੋਂ 3 ਮੀਲ ਦਾ ਹੈ ਫਾਸਲੇ ਤੇ ਹੈ। ਉਸ ਦੇ ਵਸਨੀਕ ਭਾਈ ਸੁਖਣ ਜੋ ਦੁਰਗਾ ਭਗਤ ਸੀ, ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆ ਕੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ। ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਮੰਜੀ ਥਾਪੀ ਬਖਸ਼ੀ। ਭਾਈ ਸੁਖਣ ਨੇ ਪੋਠੋਹਾਰ ਵਿੱਚ ਗੁਰਸਿੱਖੀ ਦਾ ਵੱਡਾ ਪ੍ਰਚਾਰ ਕੀਤਾ। ਇਸ ਦੀ ਵੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਵੀ ਹੁਣ ਗੁਰਮਤ ਦੇ ਪ੍ਰਚਾਰਕ ਹਨ, ਜਿਹੜੇ ਰਾਏ ਬਹਾਦਰ ਡਾਕਟਰ ਸੁਰਜਨ ਸਿੰਘ ਜੀ ਸਨ। ਇਹਨਾਂ ਦੇ ਬਾਰੇ ਅੱਗੇ ਜਾ ਕੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨੇ ਲਿਖਿਆ ਹੈ ਕਿ ਧਮਿਆਲ ਜ਼ਿਲ੍ਹਾ ਤਹਿਸੀਲ ਅਤੇ ਥਾਣਾ ਰਤਵਲਪਿੰਡੀ ਜੋ ਰੇਲਵੇ ਸਟੇਸ਼ਨ ਰਾਵਲਪਿੰਡੀ ਤੋਂ 3 ਮੀਲ ਦੱਖਣ ਪੱਛਮ ਵੱਲ ਹੈ। ਰੋਚਾ ਰਾਮ ਅਤੇ ਅਨਾਰ ਸਿੰਘ ਪ੍ਰੇਮੀਆਂ ਨੂੰ ਅਨੰਦਪੁਰ ਸਾਹਿਬ ਵਿੱਚ ਸੰਗਤ ਦੀ ਪ੍ਰੇਮ ਭਾਵ ਨਾਲ ਸੇਵਾ ਕਰਦੇ ਦੇਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਪ੍ਰਸੰਨ ਹੋ ਕੇ ਇਹਨਾਂ ਦੀ ਮੰਗ ਤੇ ਇਹਨਾਂ ਨੂੰ ਆਪਣੇ ਪਾਵਨ ਜੋੜੇ ਬਖਸ਼ੇ, ਜਿਨ੍ਹਾਂ ਦਾ ਇੱਕ ਇੱਕ ਪੈਰ ਉਹਨਾਂ ਦੀ ਸੰਤਾਨ ਪਾਸ ਹੁਣ ਵੀ ਹੈ। ਗੁਰੂ ਸਾਹਿਬ ਦਾ ਜੋੜਾ 11 ਇੰਚ ਲੰਮਾ ਔਰ ਪੱਬ ਪਾਸੋਂ ਚੌੜਾ ਹੈ। ਮਾਤਾ ਜੀ ਦਾ ਜੋੜਾ 9 ਇੰਚ ਲੰਮਾ ਅਤੇ 3 ਇੰਚ ਚੌੜਾ ਤਿੱਲੇਦਾਰ ਹੈ।
ਸੋ ਇਹ ਜਿਹੜਾ ਗੁਰੂ ਸਾਹਿਬ ਦੇ ਪਾਵਨ ਜੋੜੇ ਹਨ ਦਿੱਲੀ ਦੇ ਵਿੱਚ ਪਏ ਹਨ, ਔਰ ਉਹਨਾਂ ਦੇ ਪਰਿਵਾਰ ਦੇ ਐਟਲਾਂਟਾ ਦੇ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਜੀ ਪੁਰੀ ਜੋ ਗੁਰਮੁਖ ਔਰ ਚੰਗੇ ਲਿਖਾਰੀ ਹਨ, ਉਹਨਾਂ ਨੇ ਕਾਫੀ ਪੁਸਤਕਾਂ ਵੀ ਲਿਖੀਆਂ ਹਨ। ਉਹਨਾਂ ਦੇ ਪਰਿਵਾਰ ਬਜ਼ੁਰਗਾਂ ਦੇ ਕੋਲ ਉਹ ਕਾਨੂੰਨੀ ਅੜਚਣਾ ਕਰਕੇ ਉਹ ਸੀਲ ਪਏ ਹੋਏ ਹਨ। ਕੋਸ਼ਿਸ਼ ਕੀਤੀ ਜਾਏ ਆਪਣਾ ਪ੍ਰਭਾਵ ਇਸਤੇਮਾਲ ਕਰਕੇ ਦਿੱਲੀ ਗੁਰਦੁਆਰਾ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਜਿੰਨੀ ਜਲਦੀ ਹੋ ਸਕੇ ਉਹ ਹਾਸਲ ਕਰਨ ਔਰ ਉਹ ਸਹੀ ਜਗ੍ਹਾ ਦੇ ਉੱਤੇ ਲਿਜਾ ਕੇ ਸੰਭਾਲੇ ਜਾਣ। ਨਹੀਂ ਤਾਂ ਉਹ ਘਰ ਬੰਦ ਪਿਆ ਹੈ ਔਰ ਕਾਨੂੰਨ ਦੇ ਕਰਕੇ ਜੋ ਸੀਲ ਔਰ ਲੌਕ ਹੋਇਆ ਪਿਆ ਹੈ, ਐਸਾ ਨਾ ਹੋਏ ਕਿ ਉਹ ਨੁਕਸਾਨ ਐਸਾ ਹੋ ਜਾਏ ਜਿਸ ਨੂੰ ਇਰਰਿਪੇਅਰੇਬਲ ਲਾਸ ਕਿਹਾ ਜਾਂਦਾ ਹੈ, ਫਿਰ ਕਦੀ ਅਸੀਂ ਉਸ ਦੇ ਦਰਸ਼ਨ ਵੀ ਨਾ ਕਰ ਸਕੀਏ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਹੈ ਜਿਹਦੇ ਤੇ ਸਾਡੇ ਆਗੂਆਂ ਨੂੰ ਧਿਆਨ ਦੇਣ ਦੀ ਲੋੜ ਹੈ। ਇਹਨਾਂ ਬਾਰੇ ਔਰ ਜਿਹੜੇ ਸਰਦਾਰ IP ਸਿੰਘ ਨੇ ਜਿਹੜੇ ਵਿਚਾਰ ਦਿੱਤੇ ਹਨ ਕਿ ਬਹੁਤ ਹੀ ਗੰਭੀਰ ਸਾਡੀ ਇੱਜ਼ਤ ਦਾ ਸਵਾਲ ਜਿਹੜਾ ਹੈ, ਔਰ ਇਹਨਾਂ ਦੋਨਾਂ ਬਾਰੇ ਜੋ ਵੀ ਤੁਸੀਂ ਸਾਨੂੰ ਵਿਚਾਰ ਦੇਣੇ ਚਾਹੋ 7187865221 ਦੇ ਉੱਤੇ ਤੁਸੀਂ ਸਾਨੂੰ ਜ਼ਰੂਰ ਕਾਲਸ ਕਰ ਸਕਦੇ ਹੋ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਹਾਡੇ ਇਦਾਂ ਦੇ ਕਾਲ ਕਰਨ ਵਾਲੇ ਆਣਗੇ। ਕੌਣ ਬੋਲ? ਨਹੀਂ, ਕੋਈ ਗੱਲ ਨਹੀਂ, ਸਭ ਦਾ ਸਵਾਗਤ ਹੈ। ਮੈਂ ਕਹਿ ਰਹੀ ਹਾਂ ਕਿ ਇਹਨਾਂ ਨੂੰ ਲਿਸਨ ਕਰਨਾ ਹੀ ਨਹੀਂ ਆਉਂਦਾ ਹੈਗਾ। ਤੁਹਾਨੂੰ ਤਾਂ ਬਹੁਤ ਅੱਛਾ ਪ੍ਰੋਗਰਾਮ ਕਰਨਾ ਆਉਂਦਾ ਹੈ। ਇਹ ਪਹਿਲਾਂ ਹੀ ਤੁਹਾਡੇ ਸੁਣਨ ਚ ਨਹੀਂ ਇਹਨਾਂ ਦਾ ਧਿਆਨ ਹੁੰਦਾ। ਇਹਨਾਂ ਦਾ ਇਹ ਹੁੰਦਾ ਕਿ ਅੱਜ ਅਸੀਂ ਕਿਸ ਤਰ੍ਹਾਂ ਇਹਨਾਂ ਦੀ ਇਨਸਲਟ ਕਰਨੀ ਹੈ। ਇਹਨਾਂ ਦੇ ਇਹੀ ਲੋਕਾਂ ਦਾ ਹੈਗਾ। ਨਹੀਂ, ਕੋਈ ਗੱਲ ਨਹੀਂ, ਸੁਧਾਰ ਨਹੀਂ ਹੈਗਾ ਆਪਣੇ ਸਮਾਜ। ਸਿਰ ਮੱਥੇ ਜਿਹੜੇ ਵੀ ਹੈਗੇ ਆ ਉਹਨਾਂ ਦੇ ਸਾਰੇ ਵਿਚਾਰ, ਸਿਰਫ ਸਾਡੀ ਇੱਕੋ ਗੁਜ਼ਾਰਿਸ਼ ਹੈ ਜੋ ਮਰਜ਼ੀ ਕਹਿਣ, ਕੋਈ ਹਰਜ ਨਹੀਂ, ਪਰ ਜਿਹੜੇ ਵਿਸ਼ੇ ਦੇ ਉੱਤੇ ਅਗਰ ਗੱਲ ਕਰਨ, ਬਹੁਤ ਲੋਕੀ ਤੁਹਾਡੇ ਨਾਲ ਨੇ, ਕਿਉਂਕਿ ਤੁਹਾਡਾ ਜਿਹੜਾ ਇਹ ਸਮਾਂ ਹੈ, ਤੁਹਾਡਾ ਸਮਾਂ, ਇਹਨੂੰ ਅਗਰ ਕੋਈ ਖਰਾਬ ਕਰਦੇ, ਇਹ ਸੰਗਤ ਦਾ ਟਾਈਮ ਹੈ ਜਾਂ ਆਪਣੇ ਦਰਸ਼ਕਾਂ ਦਾ ਟਾਈਮ ਹੈ, ਇਹ ਖਰਾਬ ਨਹੀਂ ਹੋਣਾ ਚਾਹੀਦਾ। ਤੁਸੀਂ ਇਸ ਅੱਜ ਦੇ ਦੋਨੋਂ ਮੁੱਦਿਆਂ ਬਾਰੇ ਜੇ ਕੁਝ ਕਹਿਣਾ ਚਾਹੁੰਦੇ ਹੋ ਭੈਣ ਜੀ? ਤੁਸੀਂ ਕੌਣ ਬੋਲ ਰਹੇ, ਆਪਣਾ ਨਾਂ ਦੱਸੋਗੇ? ਹਾਂਜੀ, ਮੇਰਾ ਨਾਮ ਬਲਜੀਤ ਹੈ। ਇਦਾਂ ਕਿੱਥੋਂ ਬੋਲ ਰਹੇ? ਮੈਨੂੰ ਇਸ ਦੇ ਬਾਰੇ ਚ ਜ਼ਿਆਦਾ ਨੌਲੇਜ ਹੈ ਨਹੀਂ, ਪਰ ਉਦਾਂ ਮੈਂ ਤੁਹਾਡਾ ਪ੍ਰੋਗਰਾਮ ਬਹੁਤ ਅੱਛੀ ਤਰ੍ਹਾਂ ਲਿਸਨ ਕਰਦੀ ਹਾਂ। ਤੁਸੀਂ ਕਿੱਥੋਂ ਬੋਲ ਰਹੇ ਹੋ? ਟੈਕਸਸ ਜੀ। ਅੱਛਾ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਲਾਂਬਾ ਸਾਹਿਬ, ਸਤਿ ਸ੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਗੁਰਮੀਤ ਸਿੰਘ ਬੋਲ ਰਿਹਾ ਹਾਂ ਕੈਲੀਫੋਰਨੀਆ ਤੋਂ। ਜੀ ਸਰ। ਹਾਂਜੀ, ਜੋ ਬੀਬੀ ਨੂੰ ਗੱਲ ਕਹੇਗਾ, ਮੈਂ ਗੱਲ ਉਹ ਦੁਹਰਾਉਣੀ ਸੀ ਵੀ ਇਹ ਲੋਕਾਂ ਨੂੰ ਪਤਾ ਹੀ ਨਹੀਂ, ਮੈਮਰੀ ਨਹੀਂ ਅਮਰੀਕਾ ਦੀ ਆ ਕੇ ਗੱਲ ਕਿੱਦਾਂ ਕਰੀਦੀ ਆ। ਹਾਂਜੀ ਹਾਂਜੀ। ਤੇ ਤੁਹਾਡੀ ਇੱਕ ਹੋਰ ਗੱਲ ਸੀ ਜੀ, ਉਹ ਰਿਆੜ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਕਿ ਲਾਂਬਾ ਸਾਹਿਬ ਬ੍ਰੇਕਾਂ ਬੜੀਆਂ ਕਰਦੇ ਨੇ। ਕੀ ਕਰਦੇ? ਬ੍ਰੇਕਾਂ ਬੜੀਆਂ ਕਰਦੇ। ਮੈਂ ਬ੍ਰੇਕਾਂ ਦੇ ਰਿਆੜ ਸਾਹਿਬ ਕਰਦੇ ਆ, ਉਸ ਦਾ ਤੁਸੀਂ ਕਰਦੇ 15 ਮਿੰਟ ਬਾਅਦ ਬ੍ਰੇਕ, ਕੋਈ ਜਾਰੀ ਨਹੀਂ ਬ੍ਰੇਕ ਹੈਗੀ। ਲੋਕਾਂ ਨੂੰ ਪਤਾ ਹੀ ਨਹੀਂ ਆ। ਨਹੀਂ, ਮੈਨੂੰ ਲੱਗਦਾ ਲੋਕ ਮੇਰੇ ਨਾਲ ਜ਼ਿਆਦਾ ਪਿਆਰ ਕਰਦੇ ਆ, ਇਸ ਕਰਕੇ ਮੈਨੂੰ ਇਦਾਂ ਦੀ ਆਪਣੇ ਨਾਲ ਇਦਾਂ ਗੱਲਾਂ ਕੀਤੀਆਂ ਜਾਂਦੀਆਂ। ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ ਸਰ। ਬਹੁਤ ਵਧੀਆ ਮੁੱਦਾ ਵੀ, ਅੱਜ ਦੀ ਆਵਾਜ਼, ਸਭ ਕੁਝ ਵਧੀਆ, ਜਨਤਾ ਦੀ ਆਵਾਜ਼ ਵਧੀਆ, ਬਹੁਤ ਬਹੁਤ ਥੈਂਕਸ। ਠੀਕ ਹੈ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਹਿਯੋਗ ਲਈ। ਬਹੁਤ ਚੰਗਾ ਜੀ। ਹੈਲੋ 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 ਹਾਂਜੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਵੀਰ ਜੀ? ਮੈਂ ਸ਼ਰਨਜੀਤ ਆਪਣਾ ਘੁੰਮਣ ਬੋਲ ਰਿਹਾ ਭਾਜੀ, ਆਪਣੇ ਵਰਜੀਨੀਆ ਤੋਂ। ਅੱਛਾ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ। ਮੈਂ ਕਰਤੀ ਜੀ, ਬਿਲਕੁਲ ਕਰਤੀ ਹੈ ਜੀ। ਅੱਛਾ ਘੁੰਮਣ ਸਾਹਿਬ, ਤੁਸੀਂ ਅਗਰ ਇਜਾਜ਼ਤ ਦਿਓ ਇੱਕ ਛੋਟਾ ਜਿਹਾ ਬ੍ਰੇਕ ਲਈਏ ਤੇ ਤੁਸੀਂ ਲਾਈਨ ਦੇ ਉੱਤੇ ਹੀ ਰਹੋ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ। ਬੜੀ ਮਿਹਰਬਾਨੀ ਤੁਹਾਡੀ, ਇੱਕ ਬ੍ਰੇਕ। ਓਕੇ ਜੀ, ਥੈਂਕ ਯੂ। ਥੈਂਕ ਯੂ। ਆਪਣੇ ਵਿਆਹ ਵਿੱਚ ਚੱਲ ਰਿਹਾ ਖਬਰਾਂ ਦਾ ਇਹ ਸਿਲਸਿਲਾ, ਖਬਰਾਂ ਦੀ ਖਬਰ ਦਾ ਇਹ ਸਿਲਸਿਲਾ ਮੁੱਦਾ ਆਪ ਦੇ ਸਾਹਮਣੇ ਬ੍ਰੇਕ ਦੇ ਬਾਅਦ ਫਿਰ ਇੱਕ ਵਾਰ ਹਾਜ਼ਰ ਹੈ। ਅਸੀਂ ਜਿਹੜੇ ਮਸਲੇ ਤੁਹਾਡੇ ਲਈ ਸਾਹਮਣੇ ਲਏ, ਉਹਨਾਂ ਵਿੱਚ ਦੋ ਮੁੱਖ ਸਨ ਕਿ ਜਾਇਜ਼ ਨਾਜਾਇਜ਼, ਬਾਈ ਹੁੱਕ ਔਰ ਕਰੋਕ, ਮੋਰ ਬਾਈ ਹੁੱਕ ਲੈਸ ਬਾਈ ਕਰੋਕ, ਜਾਂ ਜਿੱਦਾਂ ਮਰਜ਼ੀ ਹੋਏ ਅਸੀਂ ਬਾਹਰ ਦਾ ਵੀਜ਼ਾ ਲੈਣਾ ਹੈ। ਔਰ ਉਸ ਦੇ ਉੱਤੇ ਬਰਤਾਨੀਆ ਦੀ ਸਰਕਾਰ ਨੇ ਜਿਹੜੀ ਰਿਸਟ੍ਰਿਕਸ਼ਨ ਲਗਾਈ ਹੈ, ਪਰ ਉਸ ਨੂੰ ਕਿਸ ਤਰੀਕੇ ਦੇ ਨਾਲ ਕਿਉਂ ਹੋਇਆ, ਔਰ ਕੇਵਲ ਇੱਕ ਕਿਸਮ ਦਾ ਪੰਜਾਬੀਆਂ ਦੇ ਉੱਤੇ ਉਹ ਇੱਕ ਇਲਜ਼ਾਮ ਲੱਗਾ। ਉਹਨਾਂ ਨੇ ਕੇਵਲ ਪੰਜਾਬ ਦੇ ਕੇਸ ਵਿੱਚ ਉਹ ਬੈਨ ਲਗਾਇਆ।
ਇਹ ਇੱਕ ਬਹੁਤ ਗੰਭੀਰ ਵਿਸ਼ਾ ਸੀ। ਉਸ ਦੇ ਬਾਰੇ ਤੁਹਾਨੂੰ IP ਸਿੰਘ ਜੀ ਨੇ, ਟਾਈਮਜ਼ ਆਫ ਇੰਡੀਆ, ਉਹਨਾਂ ਨੇ ਸਾਰਾ ਵੇਰਵਾ ਦਿੱਤਾ। ਨਾਲ ਦੂਸਰਾ ਮੁੱਦਾ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮਾਤਾ ਸਾਹਿਬ ਦੇਵਾ ਜੀ ਦੇ ਉਹ ਪਾਵਨ ਜੋੜੇ ਜੋ ਦਿੱਲੀ ਦੇ ਵਿੱਚ ਇੱਕ ਘਰ ਦੇ ਵਿੱਚ ਸੀਲ ਹਨ, ਜਿਹੜੇ ਐਟਲਾਂਟਾ ਵਾਲੇ ਸਾਹ ਸ਼ਮਸ਼ੇਰ ਸਿੰਘ ਜੀ ਪੁਰੀ ਦੇ ਬਜ਼ੁਰਗਾਂ ਦੇ, ਉਹਨਾਂ ਦੇ ਪਰਿਵਾਰ ਦੇ ਕੋਲ ਉਹ ਹਨ, ਪਰ ਕਾਨੂੰਨ ਦੀਆਂ ਅੜਚਣਾਂ ਦੇ ਕਾਰਨ ਉਹ ਬੰਦ ਪਏ ਹਨ। ਲੋੜ ਹੈ ਉਹਨਾਂ ਨੂੰ ਸਾਂਭਣ ਦੀ। ਉਹਦੇ ਲਈ ਕੀ ਕੀਤਾ ਜਾਏ, ਕੀ ਕੀਤਾ ਜਾ ਸਕਦਾ ਹੈ, ਇਹ ਦੋ ਮਸਲੇ ਹਨ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ। ਪਰ ਇੱਕ ਵਾਰ ਫਿਰ ਗੁਜ਼ਾਰਿਸ਼ ਹੈ, ਫੋਨ ਕਰਨ ਲੱਗਿਆ ਤੁਸੀਂ ਆਪਣੇ TV ਦੀ ਆਵਾਜ਼ ਬੰਦ ਕਰੋ ਔਰ ਟੈਲੀਫੋਨ ਨੂੰ TV ਤੋਂ ਦੂਰ ਲਿਜਾ ਕੇ ਗੱਲ ਕਰਨ ਦੀ ਕਿਰਪਾ ਕਰੋ। ਸਾਡੇ ਨਾਲ ਘੁੰਮਣ ਸਾਹਿਬ ਹਨ। ਘੁੰਮਣ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਮੈਂ ਭਾਜੀ ਇੱਕ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕਹੀ ਆ ਕਿ ਜਿਵੇਂ ਲੋਕ ਆਪਣਾ ਕੋਈ ਸਿਸਟਰ ਨਾਲ ਵਿਆਹ ਕਰਾ ਕੇ ਆ ਰਿਹਾ, ਕੋਈ ਕਿਤੇ ਆ ਰਿਹਾ, ਕੋਈ ਕਿਵੇਂ ਆ ਰਿਹਾ ਜੀ, ਇਹ ਤਾਂ ਉਹਨਾਂ ਤੁਹਾਨੂੰ ਦੱਸਿਆ ਕਿ ਜਿਵੇਂ ਮਜਬੂਰੀਆਂ ਨੇ ਜੀ। ਪਰ ਮੈਂ ਇਹ ਸੋਚਦਾ ਕਿ ਉੱਥੋਂ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਆ ਜੀ, ਜਿਹੜੀ ਉੱਥੋਂ ਦੀ ਆਪਣਾ ਗੌਰਮੈਂਟ ਜਾਂ ਕੁਛ ਨੇ ਜਾਂ ਇੱਥੋਂ ਦੇ ਵੀ ਇੰਨੀਆਂ ਜੇ ਮਜਬੂਰੀਆਂ ਹੈਗੀਆਂ ਨੇ, ਹਾਂਜੀ, ਜਿੰਨੀ ਅਸੀਂ ਸਖਤ ਮਿਹਨਤ ਇੱਥੇ ਕਰਨੇ ਆ ਜੀ, ਲਵਾ ਕੇ ਟਾਈਆਂ ਲਾ ਕੇ ਫਿਰਨੇ ਆ, ਤੇ ਉਹ ਸਾਨੂੰ ਵੇਖ ਕੇ ਲੋਕ ਗਮਰਾਹ ਹੋ ਜਾਂਦੇ ਵੀ ਸ਼ਾਇਦ ਲੋਕ ਏਦਾਂ ਹੀ ਉੱਥੇ ਰਹਿੰਦੇ ਨੇ ਤੇ ਕੰਮ ਕਰਦਾ ਹੀ ਨਹੀਂ। ਜੀ 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 ਜੀ। ਪਰ ਮੈਂ ਕਹਿੰਦਾ ਵੀ ਸਾਨੂੰ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਕਿੰਨੀ ਸਖਤ ਮਿਹਨਤ ਕਰਕੇ ਜੀ, ਤੇ ਅਸੀਂ ਤੇ ਇੱਥੇ ਸਿਰਫ 2 ਮਹੀਨੇ, ਮਹੀਨਾ, 15 ਦਿਨਾਂ ਲਈ ਹੁੰਦੇ ਤੇ ਤਾਂ ਅਸੀਂ ਇੱਥੇ ਰਹਿੰਦੇ। ਜੇ ਇੰਨੀ ਸਖਤ ਮਿਹਨਤ ਇੱਥੇ ਵੀ ਕੀਤੀ ਜਾਏ ਤੇ ਇਹ ਸਭ ਕੁਝ ਹੋ ਸਕਦਾ। ਜੀ ਜੀ ਜੀ। ਬਹੁਤ ਕੁਝ ਕਰਨ ਵਾਲਾ ਹੈ ਘੁੰਮਣ ਸਾਹਿਬ। ਕੋਈ ਸਮਾਜਿਕ ਤੌਰ ਦੇ ਉੱਤੇ, ਕਾਨੂੰਨੀ ਤੌਰ ਦੇ ਉੱਤੇ, ਸਰਕਾਰੀ ਪੱਧਰ ਦੇ ਉੱਤੇ ਬਹੁਤ ਕੁਝ ਹੈ ਜਿਹੜਾ ਬਹੁਤ ਕੁਝ ਕੀਤਾ ਜਾਣਾ ਚਾਹੀਦਾ ਹੈ। ਸੋ ਸਾਡਾ ਪੂਰਾ ਮੁਆਸ਼ਰਾ, ਸਾਡਾ ਪੂਰਾ ਸਮਾਜ ਹੀ ਜਿਹੜਾ ਹੈ ਇਸ ਵੇਲੇ ਇਸ ਤੋਂ ਦੋ ਚਾਰ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਓਕੇ, ਥੈਂਕ ਯੂ। ਹੈਲੋ, ਹਾਂਜੀ, ਹੈਲੋ, ਹਾਂਜੀ, ਹੈਲੋ, ਕੌਣ ਬੋਲ ਰਹੇ ਵੀਰ ਜੀ? ਮੈਂ ਜੀ ਇੰਡੀਆਨਾ ਤੋਂ ਬਲਵਿੰਦਰ ਸਿੰਘ ਬੋਲਦਾ। ਹਾਂਜੀ ਵੀਰ ਜੀ। ਸਰ ਜੀ, ਅਸਲੀ ਗੱਲ ਇਹ ਹੈ ਵੀ ਜੋ ਪੰਜਾਬ ਦੇ ਹਾਲਾਤ ਬਣ ਚੁੱਕੇ ਹੈ ਜੀ, ਰਾਜਨੀਤਿਕ, ਆਰਥਿਕ, ਸਮਾਜਿਕ, ਸਭ ਤੇ ਬੇੜਾ ਵਹਿ ਗਿਆ ਰਾਜਨੀਤਿਕਾਂ ਨੇ ਬਹਾਤਾ ਜੀ। ਤੇ ਧਾਰਮਿਕ ਤੌਰ ਤੇ ਜੋ ਮਾੜੀ ਮੋਟੀ ਆਸ ਸੀ ਉਹਦੇ ਵਿੱਚ ਵੀ ਜਿਸ ਤਰ੍ਹਾਂ ਦੇ ਆਪਾਂ ਹਾਲਾਤ ਰੋਜ਼ ਦੇ ਨੇ ਜੀ, ਉਹਦੇ ਵਿੱਚ ਵੀ ਬੁਰਾ ਹਾਲ ਹੋ ਗਿਆ ਜੀ। ਲੋਕਾਂ ਦਾ ਮਨ ਇਸ ਤਰ੍ਹਾਂ ਬਣ ਗਿਆ ਵੀ ਕਿਸੇ ਤਰ੍ਹਾਂ ਤੋਂ ਭੱਜ ਚੱਲੋ। ਜੀ, ਜਦੋਂ ਆਮ ਲੋਕ ਇਸ ਦੌੜ ਸ਼ਾਮਲ ਹੋ ਗਏ ਤਾਂ ਉਹਨਾਂ ਨੂੰ ਆਪਦੀਆਂ ਹੋਰ ਤਾਂ ਕੋਈ ਸਾਧਨ ਹੁੰਦਾ ਨਹੀਂ, ਕਦਰਾਂ ਕੀਮਤਾਂ ਹੀ ਦਾਅ ਤੇ ਲਾਉਣੀਆਂ ਪੈਂਦੀਆਂ। ਜੀ ਜੀ। ਤੇ ਇਸ ਹਾਲਤ ਵਿੱਚ ਸਾਡਾ ਪੰਜਾਬ ਪਿਆ ਵਾ। ਪਰ ਇਹ ਹੁਣ ਉਹਨਾਂ ਨੇ ਸੋਚਣਾ, ਜੀ 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 ਜੀ, ਬੁੱਧੀਜੀਵੀਆਂ ਨੇ ਸੋਚਣਾ। ਜੀ, ਬੁੱਧੀਜੀਵੀਆਂ ਤੇ ਵੀ ਕੋਈ ਬਹੁਤੀ ਆਸ ਨਹੀਂ ਜਿਸ ਤਰ੍ਹਾਂ ਦੇ ਹਾਲਾਤ ਹੋ ਗਏ। ਜੀ, ਇਹਨਾਂ ਹਾਲਾਤਾਂ ਵਿੱਚੋਂ ਪੰਜਾਬ ਕਿਹੜੇ ਪਾਸੇ ਤੁਰਦਾ ਹੈ ਜੀ, ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਅੱਜ ਦੇ ਹਾਲਾਤ ਮੁਤਾਬਕ ਤਾਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋਰ ਭੈੜੀਆਂ ਹੁੰਦੀਆਂ ਜਾਣਗੀਆਂ। ਜਿਹੇ ਜਿਹੇ ਹਾਲਾਤ ਨੇ ਉਸ ਮੁਤਾਬਕ ਲੋਕ ਸਬਰ ਕਰਕੇ ਸਹੀ ਜਾਂਦੇ ਨੇ ਜੀ। ਤੇ ਉਹਦੇ ਬਾਰੇ ਆਪਦੇ ਢੰਗ ਨਾਲ ਕੋਈ ਨਾ ਕੋਈ ਆਪਦੇ ਪਰਿਵਾਰਕ ਤੌਰ ਤੇ ਹਾਲਾਤ ਆ ਜਿਹੜੇ ਉਸ ਦੇ ਮੁਤਾਬਕ ਕੋਈ ਨਾ ਕੋਈ ਢੰਗ ਕੱਢਦੇ ਨੇ। ਮੁੰਡਾ ਬਾਹਰ ਨਿਕਲ ਜੇ, ਕੁੜੀ ਬਾਹਰ ਨਿਕਲ ਜੇ, ਫਿਰ ਅਸੀਂ ਨਿਕਲ ਜਾਾਂਗੇ। ਹਾਲਾਂਕਿ ਇਹ ਕੋਈ ਰਾਹ ਠੀਕ ਨਹੀਂ। ਜੀ ਹਾਂ, ਬਿਲਕੁਲ ਠੀਕ ਹੈ, ਤੁਹਾਡੀ ਗੱਲ ਬਹੁਤ ਦਰੁਸਤ ਹੈ। ਔਰ ਬਾਕੀ ਜਿਹੜੀ ਗੱਲ ਤੁਸੀਂ ਤਾਂ ਵਾਸਤੇ ਉਹ ਆਪਦੀ ਇੱਜ਼ਤ ਤਿੱਕਰ ਜਦੋਂ ਲਾਉਣ ਤੇ ਤੁਲ ਪੈਣ ਤਾਂ ਲੋਕਾਂ ਦਾ ਇਹ ਫਿਰ ਸਿਖਰ ਦੀ ਗੱਲ ਹੈ। ਤੇ ਬਾਕੀ ਰਹਿ ਗਈ ਗੱਲ ਬੁੱਧੀਜੀਵੀਆਂ ਦੀ, ਤੇ ਉਹ ਜਿਵੇਂ ਪੌਲ ਸਾਹਿਬ ਕਹਿੰਦੇ ਹੁੰਦੇ, ਬੁੱਧੀਜੀਵੀ ਉਹ ਜਿਨ੍ਹਾਂ ਦੀ ਬੁੱਧੀ ਜੀ ਪੈ ਜਾਣ, ਉਹ ਬੁੱਧੀਜੀਵੀ ਹੈਗੇ ਅੱਜ ਕੱਲ੍ਹ ਅੱਜ ਦੀ ਹਾਲਤ 'ਚ ਉਹ ਬਣੇ ਪਏ ਆ ਜਿਨ੍ਹਾਂ ਨੇ ਅਗਵਾਈ ਕਰਨੀ ਆ ਸਮਾਜ ਦੀ ਜੀ, ਤੇ ਲਟੇਰੇ ਅਗਵਾਈ ਕਰ ਰਹੇ ਆ। ਇਹੀ ਹਾਲਤ ਹੋ ਸਕਦੇ ਆ, ਅਸੀਂ ਅਫਸੋਸ ਹੀ ਕਰ ਸਕਦੇ ਹਾਂ। ਠੀਕ ਹੈ, ਠੀਕ ਹੈ, ਅਫਸੋਸਨਾਕ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ, ਹੈਲੋ ਨੰਬਰ ਸਾਹਿਬ ਜੀ, ਕੌਣ ਬੋਲ ਰਹੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ? ਲੰਬਰ ਸਾਹਿਬ, ਮੇਰੇ ਤਰਫ ਤੋਂ ਕੋਈ ਜ਼ਰੂਰਤ ਨਹੀਂ, ਪਰ ਮੈਂ ਦੋ ਬੇਨਤੀਆਂ ਕਰਨੀਆਂ। ਸਾਨੂੰ ਦੱਸ ਦਿਓ ਤੇ ਸਾਡੇ ਲਈ ਵੀ ਚੰਗਾ ਹੈ ਨਾ ਜੀ। ਤੁਹਾਡਾ ਛੋਟਾ ਭਰਾ ਹੀ ਆ, ਤੁਹਾਡੇ ਨਾਲ ਦੇ ਪ੍ਰੋਫੈਸ਼ਨ ਦੇ ਵਿੱਚ ਆ, ਪਰ ਤੁਹਾਡੇ ਤੋਂ ਸਿੱਖ ਰਹੇ ਆ ਅਸੀਂ ਵੀ। ਨਾਮ ਵੀਰ ਜੀ? ਜਿਹੜੀ ਹੈਗੀ ਮੈਂ ਤਾਰਫ ਬਾਅਦ ਕਰਾ ਦਿੰਦਾ 1 ਮਿੰਟ ਜੀ। ਮੈਂ ਬੇਨਤੀ ਇਹ ਕਰਨੀ ਸੀ ਕਿ ਅੱਜ ਦਾ ਜਿਹੜਾ ਸਭ ਤੋਂ ਵੱਡਾ ਦਿਖਾਂਤ ਮੈਂ ਮਹਿਸੂਸ ਕਰ ਰਿਹਾ ਕਿ ਮੀਡੀਆ
ਸੈਂਸੇਸ਼ਨਲ ਮੀਡੀਆ ਦਾ ਰੋਲ ਅਦਾ ਕਰ ਰਿਹਾ ਹੈ ਬਜਾਏ ਕਿ ਦਿਸ਼ਾ ਦਿਖਾਉਣ ਦੇ। ਜੀ ਔਰ ਮੈਂ ਆਪ ਜੀ ਕੋਲੋਂ ਸਪੈਸ਼ਲੀ ਤੁਹਾਡੇ ਕੋਲੋਂ ਆਸ ਕਰਦਾ ਕਿ ਤੁਹਾਡੇ ਵਰਗੇ ਕਦਾਵਰ ਪੱਤਰਕਾਰ ਜੋ ਕਿ ਹਾਈ ਕੈਲੀਬਰ ਦੇ, ਔਰ ਮੈਂ ਕਹਿੰਦਾ ਤੁਹਾਡੀ ਜਿਹੜੀ ਨੌਲੇਜ ਹੈ ਔਰ ਜੋ ਤੁਹਾਡੀ ਵਿੱਦਿਆ ਹੈ ਉਸ ਨੂੰ ਸੈਲਿਊਟ ਹੈ। ਤੇ ਮੈਂ ਇਹੀ ਬੇਨਤੀ ਕਰਾਂਗਾ ਕੁਝ ਥੋੜਾ ਜਿਹਾ ਰਾਹ ਵੀ ਪਾਇਆ ਕਰੋ ਵੀ ਇਹਦਾ ਹੱਲ ਕੀ ਹੈ ਜਾਂ ਕਿਸ ਤਰ੍ਹਾਂ ਕੋਈ ਨਾ ਕੋਈ ਥੋੜਾ ਜਿਹਾ ਦਿਸ਼ਾ ਵੀ ਦਿਖਾਇਆ ਕਰੋ। ਜੀ ਤੇ ਇਹ ਬੇਨਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਹੋਰ ਜਿੰਨੇ ਵੀ ਤੁਹਾਡੇ ਜੂਨੀਅਰ ਮਤਲਬ ਪੱਤਰਕਾਰ ਨੇ ਜਾਂ ਤੁਹਾਡੇ ਨਾਲ ਦੇ ਨੇ ਜੀ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਥੋੜੀ ਜਿਹੀ ਦਿਸ਼ਾ ਵੀ ਦਿਖਾਇਆ ਕਰੀਏ। ਇਕੱਲੀਆਂ ਆਪਾਂ ਖਬਰਾਂ ਸੇਮ ਚੱਕ ਕੇ ਨਹੀਂ, ਅਸੀਂ ਬਿਲਕੁਲ ਦੇਖੋ ਇਸ ਦੇ ਵਿੱਚ ਜਿਹੜਾ ਮਸਲਾ ਸਾਨੂੰ ਸਮਝ ਆ ਰਿਹਾ ਹੈ, ਨਾਲ ਹੀ ਅਸੀਂ ਇੱਕ ਇਸ਼ਾਰਤਨ ਉਹ ਗੱਲ ਹੋ ਵੀ ਰਹੀ ਹੈ ਕਿ ਇੱਥੇ ਪ੍ਰੋਬਲਮ ਹੈ, ਇੱਥੇ ਸਹੀ ਹੋ ਸਕਦੀ ਹੈ। ਅਸੀਂ ਉਸ ਚੀਜ਼ ਨੂੰ ਅਗਰ ਪਿਨ ਪੁਆਇੰਟ ਹੋ ਜਾਏ ਫਿਰ ਇਲਾਜ ਤਾਂ ਸਾਡੇ ਆਗੂਆਂ ਨੇ ਕਰਨਾ ਹੈ, ਭਾਵੇਂ ਉਹ ਧਾਰਮਿਕ ਹਨ, ਭਾਵੇਂ ਉਹ ਸਾਡੇ ਸਮਾਜਿਕ ਹਨ, ਭਾਵੇਂ ਰਾਜਨੀਤਿਕ ਹਨ ਜਾਂ ਹੋਰ ਕਾਨੂੰਨੀ ਹਨ। ਅਸੀਂ ਤਾਂ ਮਸਲਾ ਅੱਗੇ ਰੱਖ ਸਕਦੇ ਹਾਂ, ਸਾਡੀ ਸਮਰੱਥਾ ਉੱਥੇ ਤੱਕ ਹੀ ਹੈ, ਇਸ ਤੋਂ ਵੱਧ ਤੇ ਅਸੀਂ ਨਹੀਂ ਕੁਝ ਕਰ ਸਕਦੇ। ਪਰ ਤੁਹਾਡਾ ਬਿਲਕੁਲ ਠੀਕ ਹੈ ਤੁਹਾਡੀ ਸੁਜੈਸ਼ਨ। ਤੁਹਾਡੀ ਸਮਰੱਥਾ ਬਹੁਤ ਹੈ, ਮੈਂ ਉਸ ਨੂੰ ਫਿਰ ਬਾਰ-ਬਾਰ ਸਲੂਟ ਕਰਦਾ ਤੇ ਦੋ ਲਾਈਨਾਂ ਕਹਿ ਕੇ ਸਮਾਪਤ ਕਰਾਂਗਾ ਕਿਉਂਕਿ ਜਿਹੜੇ ਆਪਣੇ ਅੱਜ ਜਿਸ ਤਰ੍ਹਾਂ ਜਿਹੜੇ ਵੀਰ ਨੇ ਚਲੋ ਆਪਣਾ ਵਿਚਾਰ ਪ੍ਰਗਟ ਕੀਤਾ, ਪਰ ਮੈਂ ਮਤਲਬ ਸਾਰੇ ਸਮੂਹ ਦਰਸ਼ਕਾਂ ਨੂੰ ਆਪਣੇ ਆਪ ਜੀ ਦੇ ਮਾਧਿਅਮ ਰਾਹੀਂ ਮੁਖਾਤਬ ਹੋਣਾ ਚਾਹੁੰਦਾ ਕਿ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਉਹ ਸ਼ਖਸੀਅਤ ਨੇ ਕਿ ਤੁਸੀਂ ਦਰਸ਼ਕੋ ਆਪਣੇ ਨੂੰ ਬੜਾ ਭਾਗਾ ਮਹਿਸੂਸ ਕਰੋ ਕਿ ਇੰਨੇ ਵੱਡੇ ਕੈਲੀਬਰ ਦੇ ਬੰਦੇ ਆਪਣੇ ਕੋਲ ਹਨ। ਇਹਨਾਂ ਦਾ ਆਪਾਂ ਪੂਰਾ ਭਰਪੂਰ ਫਾਇਦਾ ਲਵੋ ਸਿੱਖ ਕੌਮ ਦੇ। ਚਲੋ ਕੋਈ ਗੱਲ ਨਹੀਂ। ਇਹਨਾਂ ਨੇ ਲਾਂਬਾ ਸਾਹਿਬ ਇਹ ਸਾਰਿਆਂ ਦਰਸ਼ਕਾਂ ਨੂੰ ਆਪਣੇ ਸਾਰੇ ਭਰਾਵਾਂ ਨੂੰ ਕਿਸੇ ਨੇਕ ਇਤਬਾਰ ਦੀ ਗੱਲ ਕਰੀਏ, ਮਿਲ ਕੇ ਬੈਠੀਏ ਪਿਆਰ ਦੀ ਗੱਲ ਕਰੀਏ, ਕਿਸੇ ਨੇਕ ਇਤਬਾਰ ਦੀ ਗੱਲ ਕਰੀਏ, ਮਿਲ ਕੇ ਬੈਠੀਏ ਪਿਆਰ ਦੀ ਗੱਲ ਕਰੀਏ, ਵਹਿੰਦੇ ਰਹਿਣ ਜਵਾਤੀਆਂ ਲਾਉਣ ਵਾਲੇ ਕੋਈ ਦਿਲਾਂ ਨੂੰ ਠਾਰ ਦੀ ਗੱਲ ਕਰੀਏ। ਜੀ 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 ਲਾਂਬਾ ਸਾਹਿਬ ਤੁਹਾਡੇ ਸਾਰੇ ਕੰਮਾਂ ਵਾਸਤੇ ਤੁਹਾਨੂੰ ਸਲੂਟ ਹੈ। ਜਿਉਂਦੇ ਰਹੋ, ਵਸਦੇ ਰਹੋ, ਚੜ੍ਹਦੇ। ਹੁਣ ਤੇ ਆਪਣਾ ਤਾਰਫ ਕਰਾ ਦਿਓ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਚਲੋ ਗੁਪਤ ਦਾਨ ਸੀ। ਧੰਨਵਾਦ ਤੁਹਾਡਾ। ਹੈਲੋ ਹੈਲੋ ਹਾਂਜੀ ਵੀਰ ਜੀ, ਕੌਣ ਬੋਲ ਰਹੇ ਜੀ? ਕਰਨੈਲ ਸਿੰਘ ਬੋਲਦਾ ਜੀ। ਹਾਂਜੀ ਵੀਰ ਜੀ, ਕਿੱਥੋਂ? ਕਰਨੈਲ ਸਿੰਘ ਬੋਲਦਾ ਜੀ, ਮੈਂ ਕੈਲੀਫੋਰਨੀਆ ਤੋਂ। ਹਾਂਜੀ ਹੁਕਮ ਕਰੋ ਵੀਰ ਜੀ। ਕਰਨੈਲ ਸਿੰਘ ਜੀ। ਹੁਕਮ ਤਾਂ ਨਹੀਂ, ਅਰਜੀ ਹੈ ਜਨਾਬ ਜੀ। ਤੇ ਤੁਹਾਡਾ ਪ੍ਰੋਗਰਾਮ ਦੇਖਦੇ ਆ ਮੁੱਦਾ ਜੀ ਹਰ ਰੋਜ਼ ਦੇਖੀਦਾ, ਬਹੁਤ 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 ਵਧੀਆ ਆ ਜੀ, ਜਿਹਦੇ ਵਿੱਚ ਕਿ ਸਾਰੀ ਜਨਤਾ ਨੂੰ ਜੀ ਰਾਹ ਹੀ ਪਾਉਂਦੇ ਆ ਜੀ। ਤੇ ਜਿਹੜਾ ਕਿ ਤੁਸੀਂ ਇੰਨੀਆਂ ਵਧੀਆ ਗੱਲਾਂ ਕਰਦੇ ਆ ਜੀ, ਤੁਹਾਨੂੰ ਪਤਾ ਵੀ ਦੁਨੀਆ ਕਿਸੇ ਗੱਲ ਤੋਂ ਰਾਜੀ ਨਹੀਂ, ਜਿਸ ਤਰ੍ਹਾਂ ਕਿ ਤੁਹਾਨੂੰ ਕਿਸੇ ਕਾਲਰ ਦੇ ਕੁਝ ਕੋਈ ਗੱਲ ਨਹੀਂ ਵੀਰ ਜੀ, ਉਹ ਵੀ ਆਪਣਾ ਸਮਝ ਕੇ ਕਰਦੇ ਆ, ਉਹ ਉਹਨਾਂ ਦੇ ਕਮੈਂਟਸ ਹੈ, ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ। ਤੁਸੀਂ ਕੋਈ ਸੁਨੇਹਾ ਇਸ ਮੁੱਦੇ ਦੇ ਬਾਰੇ ਕੋ ਕਹਿਣਾ ਚਾਹੋ ਤੇ ਬੜੀ ਮਿਹਰਬਾਨੀ। ਮੁੱਦਾ ਜੀ ਬਹੁਤ ਵਧੀਆ ਤੁਹਾਡਾ। ਚਲੋ ਠੀਕ ਹੈ ਸਰ, ਸੁਣਦੇ ਆ। ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਇਹਦੇ ਵਿੱਚ ਜੀ ਦੁਬਾਰਾ ਕਾਲ ਕਰੂੰਗਾ ਤਾਂ ਫਿਰ ਮੈਂ ਤੁਹਾਨੂੰ ਦੱਸੂਗਾ ਬਈ ਹੋਰ ਕੀ। ਜ਼ਰੂਰ, ਅਸੀਂ ਚਾਹਾਂਗੇ ਤੁਸੀਂ ਸਾਨੂੰ ਫੋਨ ਵੀ ਕਰੋ, ਸਾਨੂੰ ਈਮੇਲ ਵੀ ਕਰੋ info@justpunjabi.com ਜਾਂ lamba@justpunjabi.com ਤੇ ਸਾਨੂੰ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਹੋਏਗਾ। ਇੱਕ ਅਖੀਰਲੀ ਕਾਲ ਲੈ ਕੇ ਅਸੀਂ ਸਮਾਪਤ ਕਰਾਂਗੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹੈਲੋ ਹਾਂਜੀ, ਸਮਾਂ ਸਮਾਪਤ ਹੈ, ਤੁਸੀਂ ਅੱਧੇ ਮਿੰਟ 'ਚ ਆਪਣੀ ਗੱਲ ਕਰਦੇ ਹੋ ਤੇ ਅਸੀਂ ਜੀ। ਹਾਂਜੀ ਮੈਂ ਸਰਵਣ ਸਿੰਘ ਬੋਲਦਾ ਜੀ, ਕੈਲੀਫੋਰਨੀਆ ਤੋਂ। ਜੀ ਭਾਈ ਸਾਹਿਬ। ਹਾਂਜੀ ਸਰਵਣ ਸਿੰਘ ਜੀ। ਹਾਂਜੀ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਜੀ। ਤੇ ਜਿਹੜੇ ਆਪਣੇ ਅਖਬਾਰ ਹੁੰਦੇ ਨੇ, ਅਖਬਾਰਾਂ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਲੱਗਦੀਆਂ ਨੇ ਜੀ, ਮਹਾਰਾਜ ਦੇ ਸਰੂਪਾਂ ਦੀ ਸਾਫ ਤੇ ਫੋਟੋ ਹੁੰਦੀ ਆ ਜੀ, ਵੀ ਉਹਦੇ ਬਾਅਦ ਦੇ ਵਿੱਚ ਉਹਨਾਂ ਨੂੰ ਗਰ ਵਿੱਚ ਸਿੱਟਿਆ ਜਾਂਦਾ ਵੀ ਜੇ ਇਹਦੇ ਤੇ ਥੋੜਾ ਕੋਚ ਹੋ ਜਾਵੇ ਜੀ ਤੇ ਫੋਟੋਆਂ ਨਾ ਮਹਾਰਾਜ ਦੇ ਸਰੂਪ ਨਾ ਸਭਨ ਅਖਬਾਰਾਂ ਦੀ। ਜੀ 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 ਜੀ। ਸੋ ਜ਼ਰੂਰ ਤੁਹਾਡਾ ਜਿਹੜਾ ਸੁਝਾਅ ਹੈ ਬੜਾ ਉਹ ਵੀ ਇੱਕ ਵਿਚਾਰਨ ਵਾਲਾ ਹੈ
ਕਿ ਗੁਰੂ ਸਾਹਿਬ ਦੇ ਕਿਵੇਂ ਅਸੀਂ ਉਹਨਾਂ ਦੀ ਇੱਜ਼ਤ, ਕਿਵੇਂ ਉਹਨਾਂ ਦਾ ਸਤਿਕਾਰ ਅਸੀਂ ਕਾਇਮ ਰੱਖਣਾ ਹੈ, ਪਰ ਨਾਲ ਹੀ ਉਹਦਾ ਪ੍ਰਚਾਰ ਵੀ ਕਿਵੇਂ ਕਰਨਾ ਹੈ। ਇਹ ਦੋਨਾਂ ਦੇ ਵਿਚਕਾਰ ਸਾਨੂੰ ਬੈਲੈਂਸ ਰੱਖਣਾ ਪਵੇਗਾ। ਸੋ ਅੱਜ ਦਾ ਸਮਾਂ ਸਮਾਪਤ ਹੈ। ਤੁਸੀਂ ਸਾਨੂੰ ਜ਼ਰੂਰ ਈਮੇਲ ਰਾਹੀਂ info@justpunjabi.com ਜਾਂ lamba@justpunjabi.com ਦੇ ਉੱਤੇ ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਜ਼ਰੂਰ ਲਿਖ ਕੇ ਭੇਜਣੇ। ਔਰ ਇਸ ਦੇ ਨਾਲ ਹੀ ਅਗਲੇ ਹਫਤੇ ਜਾਂ ਮਾਫੀ ਦਾ ਖਵਾਸਤਗਾਰ ਹਾਂ, ਇੱਕ ਹੋਰ ਮੁੱਦਾ ਲੈ ਕੇ ਅਸੀਂ ਫਿਰ ਦੁਬਾਰਾ ਆਪ ਦੇ ਕੋਲ ਹਾਜ਼ਰ ਹੋਵਾਂਗੇ। ਇਹ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।